ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਹਰਨ ਬਸੇ ਸੰਤ ਜਿਸ ਹਿਰਦੇ ਦੁਖ ਦਰਿਦ੍ਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਨਹੀਂ ਕੋਈ ਮਨ ਬਚ ਜਿਨ ਜਾਣਿਓ ਤੇ ਭਇਓ ਸੰਸਰ ਸੋਈ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਪਰ ਪਨ ਮਥਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਜਾਂ ਸੁਖ ਤਾਂ ਰਾਵਿਓ ਦੁਖ ਵੀ ਸੰਭਾਲਿਓ ਨਾਨਕ ਕਹੇ ਸਿਆਣੀਐ ਇਉ ਕੰਤ ਮਲਾਵਾ ਹੋਏ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਧੰਨ ਵਾਹਿਗੁਰੂ ਸਾਹਿਬ ਜੀਓ। ਹਉ ਟੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਖਾਲ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌੜ ਛੱਤ ਦੇ ਸਦੀਵੀ ਬਾਦਸ਼ਾਹ ਸ਼ਬਦ ਗੁਰੂ ਸਦੀਵੀ ਗੁਰੂ ਸੱਚਾ ਗੁਰੂ ਜੁਗੋ ਜੁਗ ਅਟਲ ਗੁਰੂ ਸ੍ਰਿਸ਼ਟੀ ਤੇ ਜੀਵ ਆਤਮਾ ਦਾ ਇੱਕੋ ਇੱਕ ਗੁਰੂ। ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਪਰਮ ਪਵਿੱਤਰ ਚਰਨ ਕਮਲਾਂ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸੱਚੇ ਪਾਤਸ਼ਾਹ ਕਰੋ ਮੇਰ ਦੀ ਨਜ਼ਰ ਜੀਵ ਤੇ ਇਸ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਮਲਾਪ ਬਖਸ਼ੋ ਸਵਾਸ ਸਵਾਸ ਦਾ ਸਿਮਰਨ ਬਖਸ਼ੋ ਸੱਚੇ ਪਾਤਸ਼ਾਹ ਤੇ ਸਾਰੀ ਸੰਗਤ ਦਿਓ ਆਸ਼ੀਰਵਾਦ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਸਾਰੇ ਆਪਾਂ ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਹਿਗੁਰੂ ਦਾ ਖੇਲ ਹੈ, ਹੁਣ ਵੀ ਉਹ ਹੈ। ਇਹ ਤਾਂ ਨਹੀਂ ਵੀ ਉਹ ਵਾਹਿਗੁਰੂ ਕਿਤੇ ਚਲਾ ਗਿਆ, ਖੇਲ ਸਾਰਾ ਦੁਨੀਆ ਨੂੰ ਬਣਾ ਰਿਹਾ ਹੈ, ਢਾ ਰਿਹਾ ਹੈ, ਖੇਲ ਕਰਾ ਰਿਹਾ ਹੈ। ਆਪਾਂ ਵੀ ਉਹਦੇ ਹੀ ਪੈਦਾ ਕੀਤੇ ਹੋਏ ਹਾਂ। ਉਹਦਾ ਜਿਹੜਾ ਉਹਨੇ ਪ੍ਰਗਟ ਹੋ ਕੇ ਬਾਬਾ ਨਾਨਕ ਬਣਿਆ। ਸਤਿਗੁਰ ਨਾਮ ਧਰਿਆ ਦਾ ਓਂਕਾਰ ਅਕਾਰ ਜਿਸ ਸਤਿਗੁਰ ਪੁਰਖ ਸਰੰਦਾ ਸੋਈ। ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਬਾਬਾ ਨਾਨਕ ਬਣ ਗਏ। ਬਾਬਾ ਨਾਨਕ ਮਨੁੱਖ ਨਹੀਂ ਹੈ,
ਹੁਣ ਵੀ ਪ੍ਰਤਾਖਾ ਬੈਠੇ ਨੇ ਪਾਤਸ਼ਾਹ ਪ੍ਰਕਾਸ਼ ਰੂਪ ਵਿੱਚ। ਜਿਹੜੀ ਆਪਾਂ ਨੂੰ ਬਾਹਰਲੀ ਚੀਜ਼ ਦਿਸਦੀ ਹੈ ਤਾਂ ਉਹਦੀ ਬਣਾਈ ਹੋਈ ਹੈ, ਉਹਦੇ ਕੱਪੜੇ ਬਣਾਏ, ਉਹਦਾ ਹੀ ਸਰੀਰ ਬਣਾਇਆ ਹੋਇਆ ਹੈ, ਤਾਂ ਬਣਾਈ ਹੋਈ ਚੀਜ਼ ਦਿਸਦੀ ਹੈ ਆਪਾਂ ਨੂੰ, ਪਰ ਅੰਦਰ ਸਾਰੇ ਹੀ ਪ੍ਰਕਾਸ਼ ਰੂਪ ਵਾਹਿਗੁਰੂ ਦੀਆਂ ਆਪਾਂ ਜੋਤਾਂ, ਨਿੱਕੀਆਂ ਜੋਤਾਂ ਨੂੰ ਪ੍ਰੇਰ ਕੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਧੰਨਵਾਦ। ਸਾਨੂੰ ਸਾਰਿਆਂ ਨੂੰ ਆਪ ਪ੍ਰੇਰ ਕੇ ਆਪ ਦੀ ਨਾਮ ਦੀ ਦਾਤ ਦਿੱਤੀ ਹੈ ਅਤੇ ਖਿੱਚ ਪਿਆਰ ਬਖਸ਼ਿਆ ਹੈ, ਅਤੇ ਸਾਡਾ ਜਿੰਨਾ ਸਮਾਂ ਸਾਨੂੰ ਧਰਤੀ 'ਤੇ ਦਿੱਤਾ ਹੈ ਉਹਦੇ ਵਿੱਚ ਉਹ ਸਫਲ ਕਰਾ ਰਹੇ ਨੇ ਅਤੇ ਆਪ ਦੀ ਸੰਗਤ 'ਚ ਲਿਆਏ ਨੇ, ਜਿਹੜਾ ਸੱਚਖੰਡ ਹੈ ਜਿਉਂਦਿਆਂ ਦਾ। ਇਸੇ ਇਸੇ ਹੀ ਸੱਚਖੰਡ ਵਾਹਿਗੁਰੂ ਆਪ ਹੀ ਬਣਾ ਕੇ ਗਿਆ, ਇਹਦੇ ਵਿੱਚ ਰਹਿ ਕੇ ਹੀ ਅਸੀਂ ਅਸਲੀ ਸੱਚਖੰਡ ਵਿੱਚ ਉਪੜਨਾ ਹੈ। ਇਹਦੇ ਵਿੱਚ ਰਹਿ ਕੇ, ਇਹਦੇ ਵਿੱਚ ਸਿੱਖ ਕੇ ਗੁਰੂ ਸਾਹਿਬ ਭੁੱਲਿਆ ਹੋਇਆ ਪਾਤਸ਼ਾਹ ਦਾ ਕਰੋੜਾਂ ਵਾਰ ਧੰਨਵਾਦ। ਕਿਹੜਾ ਧੰਨਵਾਦ ਕਰੀਏ। ਹੁਣ ਆਪਣੀ ਹੀ ਆਪਾਂ ਹੀ ਆਪਣੇ ਸਾਡੇ ਬਾਪ ਦੀ ਹੀ ਕਹਾਣੀ ਹੈ ਸਾਡੀ, ਇਹ ਨਹੀਂ ਵੀ ਕਿਸੇ ਦੀ ਹੋਰ ਆ। ਉਹਦੇ ਹੀ ਸ਼ਹੀਦੀ ਦਾ ਦਿਵਸ ਹੈ, ਉਹਨੇ ਸਾਡੇ ਲਈ ਦਿੱਤਾ ਹੈ। ਇਹ ਵੀ ਆਪਾਂ ਨੂੰ ਸਮਝਣੀ ਆ ਗੱਲ। ਪਾਤਸ਼ਾਹ ਨੇ ਸਾਹ ਪ੍ਰਗਟ ਹੋ ਕੇ ਸਾਨੂੰ ਤਾਰਨ ਵਾਸਤੇ ਸਾਨੂੰ ਪੈਦਾ ਕੀਤਾ ਸੀ ਅਤੇ ਸਾਨੂੰ ਹੀ ਮਿਲਾਪ ਦਾ ਰਾਹ ਦੱਸਣ ਲਈ ਭੁੱਲਿਆ ਹੋਇਆ। ਅਤੇ ਫਿਰ ਦੂਜੀ ਚੀਜ਼ ਜਿਹੜੀ ਬਣਾਈ ਹੈ ਉਹ ਉਹਨੇ ਦੁਸ਼ਮਣ ਬਣਾਈ ਹੈ। ਖੇਲ ਬਣਾਇਆ ਨਾ, ਆਪਦਾ ਖੇਲ ਖੇਲ ਰਿਹਾ। ਅਤੇ ਪਹਿਲੇ ਜਾਮੇ ਵਿੱਚ ਸਾਨੂੰ ਪ੍ਰਗਟ ਹੋ ਕੇ ਪਾਤਸ਼ਾਹ ਨੇ ਭੁੱਲਿਆ ਹੋਇਆਂ ਨੂੰ ਸਾਰਿਆਂ ਨੂੰ, ਜਿੰਨੇ ਜੀਵ ਆਤਮਾ ਦੇ ਕਿਰਪਾ ਕਰੀ ਉਹਨਾਂ ਨੂੰ ਉਤਾਰਿਆ। ਫਿਰ ਦੂਜੇ ਜਨਮ 'ਚ ਦੂਜੇ ਜਾਮੇ ਵਿੱਚ ਪਾਤਸ਼ਾਹ ਨੇ ਗੁਰੂ ਨਾਨਕ ਨੇ ਹੁਕਮ ਮੰਨਣ ਦਾ ਸਬਕ ਸਿਖਾਇਆ, ਤੀਜੇ 'ਚ ਸੇਵਾ ਦਾ ਸਬਕ ਸਿਖਾਇਆ, ਚੌਥੇ ਦਾ ਮੋਟੇ ਪੁਆਇੰਟ ਸਿਖਾਏ ਵੀ ਇਸ ਤਰ੍ਹਾਂ ਰਹਿਣਾ ਸਤਿਗੁਰਾਂ ਕੋਲੇ, ਸਤਿਗੁਰਾਂ ਨੂੰ ਸਰਵ ਵਿਆਪਕ ਸਮਝਣਾ ਅਤੇ ਤੂੰ ਇਵੇਂ ਜ਼ਿੰਦਗੀ ਬਤੀਤ ਕਰਨੀ। ਇਹ ਨਹੀਂ ਵੀ ਇੱਕ ਤਾਂ ਡਰ ਹੋ ਗਿਆ ਗੁਰਦੁਆਰੇ ਅਤੇ ਬਾਕੀ ਅਸੀਂ ਆਜ਼ਾਦ ਕਰਦੇ ਹਾਂ। ਤੈਨੂੰ ਸਾਰੇ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਹੈ, ਉਹ ਦੇਖ ਰਿਹਾ, ਉਹ ਸਭ ਕੁਛ ਹੁਣ ਵੀ ਸੁਣ ਰਿਹਾ ਸਾਡੀ ਗੱਲ। ਸਾਨੂੰ ਸਾਡੇ 'ਚ ਸਾਹ ਪਾਏ ਨੇ, ਆਪ ਦੀ ਸਿਫਤ ਆਪ ਹੀ ਕਰਵਾ ਰਿਹਾ, ਸਾਨੂੰ ਆਪੇ ਹੀ ਸੋਝੀ ਦੇ ਰਿਹਾ, ਭੁੱਲਿਆ ਹੋਇਆ ਨੂੰ ਆਪ ਦਾ ਖੇਲ ਦੱਸ ਰਿਹਾ, ਜਿਹੜਾ ਤੇਰੇ ਵਾਸਤੇ ਪੂਰਨੇ ਪਾ ਕੇ ਗਿਆ ਅਤੇ ਤੂੰ ਦ੍ਰਿੜਤਾਏ ਰੱਖਣੀ ਹੈ। ਸੱਚ ਦੇ ਝੂਠ ਦਾ ਖੇਲ ਰਚਿਆ ਉਹਨੇ। ਸੱਚ ਆਪ ਹੈ ਅਤੇ ਝੂਠ ਉਹਨੇ ਪੰਜਾਂ ਤੱਤਾਂ ਦੀ ਖੇਡ ਬਣਾਈ ਹੋਈ ਹੈ ਸਾਰੀ। ਜਿੰਨਾ ਚਿਰ ਸਾਨੂੰ ਇਹਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਅੰਦਰਲਾ ਸਰੀਰ ਜਿਹੜਾ ਹੈ ਉਹ ਗੁਰੂ ਨਾਨਕ ਦਾ ਬਣਾਇਆ, ਬਾਹਰਲਾ ਸਰੀਰ ਉਹਨੂੰ ਪੰਜਾਂ ਤੱਤਾਂ ਦਾ ਮਾਇਆ ਦਾ ਬਣਾਇਆ ਹੈ। ਉਹਨੂੰ ਮਾਇਆ ਕਹਿਦਾ, ਆਪ ਹੀ ਦੱਸਿਆ ਸਾਨੂੰ ਮਾਇਆ ਵੀ ਇਹਦਾ। ਅਤੇ ਇਹ ਪੰਜ ਤੱਤ ਬਣਾ ਕੇ ਅਤੇ ਉਹਦੇ ਵਿੱਚ ਸਾਨੂੰ ਭੇਜ ਦਿੱਤਾ, ਅਤੇ ਇਹਦੇ ਵਿੱਚ ਜਦੋਂ ਆ ਜਾਈਦਾ ਅਤੇ ਉਦੋਂ ਸੱਚੀ ਜੀਵ ਆਤਮਾ ਬਣ ਜਾਈਦਾ। ਆਓ ਪਾਤਸ਼ਾਹ ਨੇ ਪੰਜਵੇਂ ਜਾਮੇ ਵਿੱਚ ਤਿੱਕਰ ਸਾਨੂੰ ਸੰਤ ਮਾਰਗ ਦਿਖਾਇਆ। ਸੰਤ ਮਾਰਗ ਕਿਵੇਂ ਤੂੰ ਨਿਮਰਤਾ ਜਾ ਕੇ ਰਹਿਣਾ ਹੈ, ਨਿਮਾਣਾਪਣ ਹੋ ਕੇ ਤੂੰ ਰੱਬ ਨੂੰ ਪਾਉਣਾ ਹੈ। ਬਹੁਤ ਇੰਨੀ ਨਿਮਾਣਾਪਣ ਤਾਂ ਕੋਈ ਕਰ ਹੀ ਨਹੀਂ ਸਕਦਾ ਜਿੰਨਾ ਮਹਾਰਾਜ ਨੇ ਕਰ ਦਿੱਤਾ। ਪਹਿਲਾ ਪੁਆਇੰਟ। ਦੂਜੀ ਸਾਨੂੰ ਸਿੱਖਿਆ ਦਿੱਤੀ, ਗੁਰਮੰਤਰ ਦਾ ਪਹਿਲੇ ਦਿਨ ਤੋਂ ਹੀ ਜਪਣਾ ਹੈ। ਪਹਿਲੇ ਜਾਮੇ ਤੋਂ ਹੀ ਪਾਤਸ਼ਾਹ ਨੇ ਨਾਮ ਦੀ ਦਾਤ, ਆਪਦੇ ਨਾਮ ਦੀ ਮਹਿਮਾ, ਜਿੰਨਾ ਚਿਰ ਉਹ ਨਹੀਂ ਹੈ ਅਤੇ ਉਹਨਾਂ ਚਿਰ ਤਾਂ ਸਾਡੇ ਪੱਲੇ ਕੱਖ ਨਹੀਂ ਹੈ। ਉਹਨਾਂ ਚਿਰ ਤਾਂ ਜੀਵ ਆਤਮਾ ਦੇ ਪੱਲੇ ਉਹਦਾ ਸਭ ਭਰਮ ਦੇ ਵਿੱਚ ਭੁੱਲਿਆ ਹੋਇਆ। ਬਾਕੀ ਜਿਹੜਾ ਦੇਖੋ ਵਾਹਿਗੁਰੂ ਗੁਰੂ ਨਾਨਕ ਦਸੇ ਪਾਤਸ਼ਾਹੀਆਂ ਸਾਰੀਆਂ ਅਗਲੀ ਦੁਨੀਆ ਜਿਹੜੀ ਹੈ, ਜਿਹੜੀ ਸੱਚਖੰਡ ਦੀ ਹੈ, ਉਹ ਸਾਰੀ ਠੰਡੀ ਹੈ।
गुरदाता गुर हेवे घर, बर्फ का घर है गुरु। गुर दीपक ते लोए, बर्फ का घर, तो वह नाम भी ठंडा है। आ गल है भी नाल ये भी समझ, जेड़ा आप ठंडा है वह नाम भी ठंडा है। आ जेड़ा गुरमंत्र है बहुत ठंडा है। तो दूए पासे उन्हें माया अगन सब एको जी, जी बाहरली अग भी है, अंदरली अग है जी दिसदी है वो भी, तो ये अग भी माया अगन सब एको जी करते खेत जाया, ये भी अग ही पैदा की है। हुण अग दे एक पासे एक शरीर अग का ही बनया होया है, एक पासे रब का पुत विचाले, तो हुण वो ठंडे नूं छड्ड बैठा हैगा, ठंडे का पुत हैगा, ठंडे का। हुण आके सानूं ठंडा आके उन्हें नाम की दात दिती है, तो ठंडे पातशाह के बचन आप दिते ने। ठंडा बई तू अग के सेक तो बच जा। हुण आपां ये भी समझनी है, हुण पातशाह नूं तत्ती तवी ते बैठे सानूं बड़ा महसूस हुंदा है भी तत्ती तवी ते पातशाह बैठे सी, वो ठंडे ने बर्फ का घर। मनुख का कर डूब न जान, मनुख ना समझी उन्होंने। देखो आप ही समझाता बाणी राही, मिली नमाणे मान, नमाणे नूं इत्थे मान मिलना दरगाह च जाके, ये भी नाल समझाता, ते नाल ये भी समझाता भी मैनूं मनुख ना समझ। तो हुण सानूं बाणी राही ते भट्टां ने तो सानूं खोल ही दिता भी रब ही आओ, ते रब हुण अपने सारे आले दुआले ते गुरु साहब बैठे ने परतख आप दीवान लाई बैठे, ये चापा पाया, बड़ी कृपा की हुई, ठंडा नाम जपाया ठंडा। परंतु असी जिदन दे आए अग दे भांपड़ में डिगे हुए हैं, तो सानू अग लगी पई, अग तृष्णा दी, ईरखा दी, बहुत अग्गां ने, काम सारिया अग्गां ने ये को है ही अग। यह जी महाराज ने कहा भी सी, माँ के पेट में माया अगन सब एको जी करते फिर जाया, बाहर भी पुत्रा अगी है, जैसी अगन उधर में तैसी बाहर माया है। हुण अंग का भांबड़ दीदा, पहले दिन तो अग च डिगे सी तो चीक मारी सी, हुण आपदा हौली हौली अग ही ठंडी बहन लग गए। अग दे विचों ही अग बुझाउणी शुरू कर दित्ती। अग दे अगे जिहड़ा मन मुका है, अग दे विचों ही अग बुझाउंदा है। तृष्णा सारी अग है, अग के पदार्थ बने हुए ने, अग के उन्होंने पदार्थों ही लिजा के तो बुझाना। गुरु पातशाह जी ने सानू समझाया भी ये अग भी कुछ नहीं कर सकती, तो जी मैं उन्हें आप बनाई अग, उन्होंने किवें तत्ती तवी तो ठंडा, उन्होंने ठंडे नूं तत्ता किवें कर दूँ। वो सानू दसदा है कि बाहरला शरीर अग का ही है, ये तो छाले पैने ही पैने, इन्हें तो बदलना है, इन्हें तो इनू सेक लगता है। जदों ये कनैक्शन टुट जाए, पातशाह सानू समझाते भी ये कनैक्शन टुट जाए भाई, फिर कुछ नहीं तेरे महसूस होना। क्यों? इस जग में पुरख एक है और सगली नार सभाई, सारिया इस्त्रियां आपां जीवात्मा निकियां। बेशक साडे पति कोले ही वसदा है, पति परे नहीं गया, तो कोले ही सानू पैदा किया होया, विचाले बिथ विचाले कंध हौमे दी है, दोहां च इन्नी बैठी पई हुई है। तो आप दी मैं करके असी बाहरला शरीर नूं, अंदरले शरीर नूं बाहरला मन्नी बैठे, बाहरले शरीर नूं बाहरले शरीर, अंदरले का तो पता ही नहीं कख। मनमुख जीवन तो यह जिहा साडा। हुण सानू गुरु साहब मुड़ मुड़ के समझाउंदे आ, तू इहदे नालों वखरा है, तू इहदे नालों वखरा है, तू इहदे विच सारी, तू तो मेरा पुत्त सी, तो तू ये कित्थे अग दे विच डिग्या, ते अग तो बच के दिखा, अग तो बच के दिखा। यह जिहा खेल आ वे अग्गां तो सारियां तो काम, क्रोध, लोभ, मोह, कार, आसा, मनसा, तृष्णा, ईर्खा, द्वेष, सारियां अग्गां तेरे अंदर बड़ उठणियां जे तू मैनूं भुल गया, ते तैनूं साड़ देना पुत्रा, सड़िया पिया बंदा जिन्ना चिर वाहिगुरू दा नहीं बनदा। हुण आपां कहने छेती अग बुझ जे, सानू आ है भी असी घंटा के नाम जपीए, अद्धा घंटा जपीए, नाम वो जपन ही नहीं दिंदी, वो ठंडा जपन ही नहीं दिंदी, वो पानी पैन ही नहीं दिंदी, इन्नी आप बड़ा बड़िया होया अंदर।
फिर अच्छा फिर अजे जिन्नी क अग बुझाने असी फिर असी बाल लेते हैं असी अग च ही रह रहे हैं फिर अग बाल लेती है उन्नी क उत्थे दी उत्थे बनाला सानू तो कख मिलिया नहीं इस पासे मिलना की है बई मिलिया तो गुरु साहब की सिक्ख्या सुन गल ते तू वो तो कहता 24 घंटे तू ये फुआरा चला आ गल कहता पातशाह 24 घंटे जिन्हों ने अग्गां तो बचे आ उन्होंने श्वास श्वास नाम जपिया है मुड़ के ठंडा जदों समझ लग गई सातों ये जपिया नहीं जाता असी फिर भुल गए अग च डिग पैंदे आ साडा हाल आओ नाल दी नाल शहीदी गल समझनी हुण जिहड़े शरीर बाहरले नूं प्यार करदे वो राजे सी उहदे बाहरले शरीर ही मनदे इत्थे सारे कूड़ राजे आ ते जिहदा राज हुंदा वो कहता मेरा हुक्म चले रौला था इत्थे हुक्म सारे उन्हां राजां दे चलदे ने सानू भी मनने पैंदे जिद्दन जिद्दन दे शरीर धारे ने ਉਹੀ ਹੁਕਮ ਮੰਨਣੇ ਪੈਂਦੇ ਆ ਜਿਹੜੇ ਇੱਥੇ ਇਸ ਦੇ ਰਾਜੇ ਕਰ ਦਿੰਦੇ ਖੂਲ ਹੋ ਤੇ ਇਹ ਕਹਿੰਦੇ ਅਸੀਂ ਹਉਮੈ ਦੇ ਵਿੱਚ ਅਸੀਂ ਤਾਂ ਪਤਾ ਨਹੀਂ ਕੀ ਬਣ ਗਏ ਹੈ ਮਨੁੱਖੀ ਉਹ ਵੀ ਸਾਡੇ ਵਰਗੇ ਹੈ ਉਹ ਵੀ ਹੁਕਮ ਥੱਲੇ ਪਰ ਉਹਨੂੰ ਸਮਝ ਨਹੀਂ ਆਇਆ ਉਹਨੂੰ ਸਮਝ ਨਹੀਂ ਆਇਆ ਉਦੋਂ ਦੇ ਜਿਹੜੇ ਰਾਜੇ ਸੀ ਪਹਿਲਾਂ ਤੋਂ ਹੀ ਆਦ ਤੋਂ ਹੀ ਤੁਰੀ ਆਉਂਦੀ ਆ ਗੱਲ ਝੂਠ ਜਿਹੜਾ ਹੈ ਉਹ ਸੱਚ ਦੇ ਵਿਰੁੱਧ ਹੈ ਉਹ ਦੇਖਣਾ ਨਹੀਂ ਚਾਹੁੰਦਾ ਉਹਨੂੰ ਸੱਚ ਤੇ ਸੱਚ ਤੋਂ ਡਰਦਾ ਹੈ ਇਹ ਵੀ ਨਾਲ ਸੱਚ ਤੋਂ ਡਰਦਾ ਹੈ ਤੇ ਉਹਨੂੰ ਪਹਿਲੇ ਜਾਮੇ ਤੋਂ ਹੀ ਡਰ ਲੱਗਣ ਲੱਗ ਗਿਆ ਵੀ ਇਹ ਤਾਂ ਰਾਜੇ ਨਾ ਬਣ ਜਾਣ ਰਾਜ ਗੱਦੀ ਦੁਨੀਆ ਇਹ ਰਾਜ ਨਾਵੇਂ ਨੇ ਦੇਖੋ ਕਿੰਨਾ ਭਰਮ ਪਿਆ ਬਾਬਰ ਵਰਗੇ ਸਭ ਪਹਿਲਾਂ ਸਭ ਹਮਾਯੂ ਸਭ ਟਕਰਾਉਂਦੇ ਰਹੇ ਥੋੜ੍ਹੇ ਬਹੁਤੇ ਜਿੰਨੇ ਕੁ ਸੀਗੇ ਤੇ ਫਿਰ ਇਹਨਾਂ ਨੇ ਮੁੱਲਾਂ ਤੇ ਕਾਜੇ ਉਹ ਸਿੱਖ ਜਿਹੜੇ ਸੀਗੇ ਜਿਨ੍ਹਾਂ ਨੂੰ ਸ਼ਾਂਤੀ ਸੀ ਜਿਹਨੂੰ ਗੁਰੂ ਸਾਹਿਬ ਤੇ ਕਿਰਪਾ ਇਹਨਾਂ ਤੇ ਕਰਦੇ ਸੀ ਤੇ ਉਹ ਪਹਿਲਾਂ ਇਹ ਸਭ ਭੁੱਲੇ ਹੋਏ ਆਪ ਦੀਆਂ ਰਾਹ ਬਣਾਏ ਹੋਏ ਨੇ ਹਿੰਦੂ ਮੁਸਲਮਾਨ ਨੇ ਦੋ ਰਾਹ ਬਣਾਏ ਆਪ ਦੇ ਹਉਮੈ 'ਚ ਹੈ ਤਾਂ ਰੱਬ ਦੀ ਔਲਾਦ ਆ ਸਾਰੀ ਪਰੰਤੂ ਦੇਖੋ ਕਿਵੇਂ ਭੁੱਲੇ ਪਰੰਤੂ ਉਹਨਾਂ ਵਿੱਚੋਂ ਜਿਹੜੇ ਭੁੱਲੇ ਹੋਏ ਸੀ ਮੁਸਲਮਾਨ ਪੀਰਾਂ ਨੂੰ ਮੰਨਦੇ ਸੀ ਜਾਂ ਹੋਰਨਾਂ ਨੂੰ ਪੂਜਾ ਕਰਦੇ ਸੀ ਉਹ ਬਦਲਦੇ ਜਾਂਦੇ ਸੀ ਜਿਨ੍ਹਾਂ 'ਤੇ ਗੁਰੂ ਸਾਹਿਬ ਕਿਰਪਾ ਕਰਦੇ ਸੀ ਪਹਿਲੇ ਜਾਮੇ ਤੋਂ ਹੀ ਬਦਲਦੇ ਰਹੇ ਸਾਰਿਆਂ ਨੂੰ ਮਹਾਰਾਜ ਜੀ 'ਤੇ ਕਿਰਪਾ ਕਰਦੇ ਜਿਹੜੀ ਆਤਮਾ 'ਤੇ ਜੀ ਉਹ ਥੋੜ੍ਹਾ ਦੇਖਦਾ ਹਿੰਦੂ ਮੁਸਲਮਾਨ ਉਹ ਨਹੀਂ ਦੇਖਦੇ ਉਹ ਤਾਂ ਉੱਤੋਂ ਸਾਰਾ ਉਹਨਾਂ ਦਾ ਖੇਲ ਚੱਲਦਾ ਹੈ ਅਤੇ ਉਹ ਜੀ 'ਤੇ ਕਿਰਪਾ ਕਰਦੇ ਆ ਹੁਣ ਇੱਥੇ ਜਿਹਨੂੰ ਮਰਜ਼ੀ ਬਦਲ ਦੇਣ ਇਉਂ ਹਾਲ ਸਾਡੇ ਹੱਥ ਤਾਂ ਸਟੇਰਿੰਗ ਹੈ ਨਹੀਂ ਸਾਰਾ ਹੁਕਮ ਤਾਂ ਉਹਦਾ ਚੱਲਦਾ ਗੁਰੂ ਸਾਹਿਬ ਦਾ ਆਪਣਾ ਹੁਕਮ ਨਹੀਂ ਚੱਲਦਾ ਸਾਨੂੰ ਤਾਂ ਭਾਣੇ ਥੱਲੇ ਰਹਿਣ ਦੀ ਹੁਕਮ ਹੈ ਸ਼ੁਕਰ ਕਰੋ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਆਪਦੇ ਲੜ ਲਾ ਲਿਆ ਸ਼ੁਕਰ ਕਰੋ ਆਪਾਂ ਬਹੁਤ ਸ਼ੁਕਰ ਆ ਉਹਦਾ ਜਿਹੜਾ ਸਾਨੂੰ ਆਪਦੇ ਸੱਚਖੰਡ ਵੱਲ ਨੂੰ ਲਿਜਾ ਰਿਹਾ ਆਪਾਂ ਨਾਲ ਸ਼ਹੀਦੀ ਦੀ ਗੱਲ ਕਰੀ ਜਾਣੀ ਆ ਅਤੇ ਉਹ ਨਾ ਫਿਰ ਜਦੋਂ ਮੀਆਂ ਮੀਰ ਹੁਣੀ ਉਹ ਗੁਰੂ ਦੇ ਸਿੱਖ ਸੀ ਇਹ ਤਾਂ ਨਹੀਂ ਅਸੀਂ ਮੁਸਲਮਾਨ ਤੋਂ ਨਹੀਂ ਰਖਾਈ ਜਾਂ ਗੁਰੂ ਦਾ ਸਿੱਖ ਸੀ ਉਹ ਗੁਰੂ ਨਾਨਕ ਦੇ ਬਣੇ ਹੋਏ ਸੀ ਉਹ ਸਾਰੇ ਅਤੇ ਅਸੀਂ ਫੇਰ ਵੀ ਉੱਥੇ ਹੀ ਕਰਦੇ ਹਾਂ ਇਹ ਜੀ ਮੁਸਲਮਾਨ ਤੋਂ ਨਹੀਂ ਰਖਾਈ ਅਸੀਂ ਤਾਂ ਆਹ ਖੜਿਆ ਬੰਦਾ ਹੀ ਸਮਝਦੇ ਹਾਂ ਬੰਦੇ ਗੁਰੂ ਸਾਹਿਬ ਨੂੰ ਬੰਦਾ ਨਹੀਂ ਹੈ ਆਹ ਭੱਟਾਂ ਨੂੰ ਬੰਦਿਆਂ ਕੋਲ ਤਾਂ ਭੱਟ ਵੀ ਗਏ ਆ ਜਿਹੜੇ ਆ ਸਵਈਏ ਚਾਰਦੇ ਆ ਸਾਰੇ ਬੰਦਿਆਂ ਕੋਲੋਂ ਕੱਖ ਨਹੀਂ ਮਿਲਿਆ ਨਾ ਇਹਨੇ ਜਦੋਂ ਗੁਰੂ ਸਾਹਿਬ ਕੋਲ ਆਏ ਨੇ ਅਤੇ ਇਹਨਾਂ ਨੇ ਆਪ ਲਿਖਿਆ ਵੀ ਸਾਨੂੰ ਅਸੀਂ ਸਾਰੇ ਸਾਧ ਸੰਤ ਦੇਖ ਲਏ ਕੋਈ ਮਨੁੱਖ ਕੋਲੋਂ ਰੱਬ ਪ੍ਰਾਪਤੀ ਨਹੀਂ ਹੋ ਸਕਦਾ ਮਿਲਾ ਹੀ ਨਹੀਂ ਸਕਦਾ ਅਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਝੁਕੇ ਵੀ ਨਹੀਂ ਅਤੇ ਗੁਰੂ ਸਾਹਿਬ ਨੂੰ ਇੰਨਾ ਹੀ ਕਿਹਾ ਸਾਨੂੰ ਇੰਨੀ ਗੱਲ ਦੱਸ ਦਿਓ ਬਈ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਸਾਨੂੰ ਇਹ ਨਹੀਂ ਦੱਸ ਦਿਓ ਤੁਸੀਂ ਰੱਬ ਨਾਲ ਮਿਲਾ ਸਕਦੇ ਹੋ ਐਂ ਕਿ ਭੁੱਲੇ ਆ ਕੇ ਉਹਨੂੰ ਸੰਤਾਂ ਸਾਧਾਂ ਤੋਂ ਤਾਂ ਨਫ਼ਰਤ ਹੋਈ ਪਈ ਸੀ ਗੁਰੂ ਸਾਹਿਬ ਕਹਿੰਦੇ ਵੀ ਇਸ਼ਾਰੇ ਨਾਲ ਕਰਤਾ ਵੀ ਬਹਿ ਜਾਓ ਅਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਕੁਛ ਨਹੀਂ ਕਿਹਾ ਅਜੇ ਪਹਿਲੇ ਦਿਨ ਮੱਥਾ ਵੀ ਨਹੀਂ ਟੇਕਿਆ ਉਹਨਾਂ ਨੇ ਇਹ ਭੱਟ ਜਿਹੜੇ ਸਿਫਤਾਂ ਗਾਉਂਦੇ ਜਿਹਨੇ ਸੱਚਖੰਡ ਦੇਖ ਕੇ ਫਿਰ ਦਰਸ਼ਨ ਹੋਏ ਸਾਨੂੰ ਸੇਧ ਲੈ ਲੈਣੀ ਚਾਹੀਦੀ ਹੈ ਇਹਨਾਂ ਨੇ ਸਾਨੂੰ ਸੇਧ ਦਿੱਤੀ ਆ ਪੂਰੀ ਦਿੱਤੀ ਆ ਸੇਧ ਉਹ ਭਾਈ ਸੱਚਖੰਡ ਦੇ ਵਿੱਚ ਆਹ ਸਾਰਾ ਕੁਛ ਬੈਠੇ ਸਾਰਾ ਸੱਚਖੰਡ ਦਾ ਹਾਲ ਸਾਰਾ ਖੋਲ੍ਹਤਾ ਗੁਰੂ ਸਾਹਿਬ ਦੇ ਉੱਤੋਂ ਮਹਾਰਾਜ ਨੇ ਕਿਸੇ ਪਹਿਲਾਂ
एक थां एक महाराज ने 5वें जामे 'च कहा गुरु नानक राबा, परंतु आपदे आप नूं दास, कदे सुहागण इस्त्री, कदे कुछ पुत, ऐ बन के बाणी उचारी है वाहिगुरू ने। तो वाहिगुरू ने कहा मैं आप दा वाहिगुरू, अज उठदा हरेक वाहिगुरू है जी मैं वाहिगुरू नहीं अजे बनया। ये गल यह भी समझनी है गल। तो गुरु साहब तो सिख वाहिगुरू आप कहिंदे हो, तो परंतु भट्टा ने चादर चकती भी ओए भाई यही वाहिगुरू है, यही वाहिगुरू। ਆਪਾਂ ਨੂੰ ਇਹ ਵੀ ਨਾਲ ਸਮਝ ਲੱਗਣੀ। ਆ ਦੇਖੋ ਗੁਰੂ ਅਰਜਨ ਪ੍ਰਤੱਖ ਹਰ ਰੱਬ ਪੰਜਵਾਂ ਜਾ। ਹੁਣ ਰੱਬ ਨੂੰ ਮੈਨੂੰ ਦੱਸੋ ਕਿਹੜੀ, ਉਹਦੇ ਤਾਂ ਅੱਗ ਬਣਾਈ ਆ, 5 ਤੱਤ ਬਣਾਏ ਨੇ। ਇੱਥੋਂ ਹੀ ਸਾਨੂੰ ਸਮਝ ਆ ਜਾਣੀ ਚਾਹੀਦੀ ਵੀ ਉਹਨਾਂ ਨੂੰ ਤੱਤੀ ਦਾ ਵੀ ਤੇ ਸੇਕ ਲੱਗਦਾ ਹੀ ਨਹੀਂ। ਪਰੰਤੂ ਦੁਸ਼ਮਣ ਨੂੰ ਦੀਂਦਾ ਸੀ। ਦੁਸ਼ਮਣ ਨੇ ਸਰੀਰ ਨੂੰ, ਕੂੜੇ ਸਰੀਰ ਨੂੰ ਆਪ ਪਿਆਰ ਕਰਦਾ ਹੈ, ਆਪ ਦਾ ਹੁਕਮ ਚਲਾਉਂਦਾ। ਕੂੜੇ ਸਰੀਰਾਂ 'ਤੇ ਹੀ ਉਹਦਾ ਹੁਕਮ ਚੱਲਦਾ ਹੈ, ਅੰਦਰ 'ਤੇ ਨਹੀਂ ਚੱਲਦਾ। ਰਾਜਿਆਂ ਦਾ ਅੰਦਰਲੇ ਨੂੰ ਤਾਂ ਮੰਨਣਾ ਪੈਂਦਾ ਐਵੇਂ, ਕੂੜੇ ਸਰੀਰਾਂ 'ਤੇ ਚੱਲਦਾ ਹੈ। ਅਤੇ ਕੂੜੇ ਸਰੀਰਾਂ ਨੂੰ ਵੀ ਕਸ਼ਟ ਦੇ ਕੇ ਉਹ ਕਹਿੰਦੇ ਬੜੀ ਅਸੀਂ ਖੱਟੀ ਖੱਟ ਲਈ। ਅਤੇ ਮਹਾਰਾਜ ਇਹਨੂੰ ਕੱਖ ਵੀ ਨਹੀਂ ਸਮਝਦੇ, ਮਿੱਟੀ ਸਮਝਦੇ, ਇਹਨੂੰ ਮਿੱਟੀ ਸਮਝਦੇ। ਇਹਨੂੰ ਤਾਂ ਹੁਣ ਵੀ ਸਾਨੂੰ ਵੀ ਕਹਿੰਦੇ ਤੂੰ ਝੂਠ, ਆ ਅੱਖਾਂ ਮੀਚ ਕੇ ਕਿਉਂ ਕਹਿੰਦਾ, ਅੱਖਾਂ ਮੀਚਣੀਆਂ ਕਿਉਂ ਆ ਬਈ? ਮੈਨੂੰ ਦੱਸੋ ਅਸੀਂ ਕਿੱਥੇ ਉੱਪੜਨਾ? ਜੇ ਇੱਥੇ ਹੀ ਸਾਡਾ ਘਰ ਆ, ਇੱਥੇ ਹੀ ਸਭ ਕੁਛ ਆ, ਅਤੇ ਅੱਖਾਂ ਕਿਉਂ ਮੀਚ ਕੇ ਕਿੱਧਰ ਨੂੰ ਜਾਣਾ? ਅਸੀਂ ਤਾਂ ਆਪ ਕਹਿੰਦੇ ਹਾਂ ਗੁਰੂ ਸਾਹਿਬ ਜੀ ਉੱਥੇ ਲੈ ਜਾਓ ਸਾਨੂੰ ਜਿੱਥੇ ਤੁਸੀਂ ਵੱਸਦੇ ਹੋ, ਉੱਥੇ ਤਾਂ ਜਾਣਾ ਚਾਹੁੰਦੇ ਹਾਂ। ਕਿਉਂ? ਅੰਦਰਲੇ ਦਾ ਟਿਕਾਣਾ ਹੀ ਉਹ ਆ। ਤਾਂ ਹੀ ਤਾਂ ਪਾਤਸ਼ਾਹ ਨੇ ਸ਼ਬਦ ਸੁਰਤ ਦਾ ਰਾਹ ਦੱਸਿਆ। ਭਾਈ ਸ਼ਬਦ ਸੁਰਤ ਨਾਲ ਹੀ ਮੇਰੇ ਕੋਲ ਉੱਪਰ ਹੋਣਾ। ਮੈਂ ਸ਼ਬਦ ਨਾਲ ਹੀ ਦੁਨੀਆ ਬਣਾਈ ਹੋਈ ਆ। ਦੇਖੋ ਸਾਨੂੰ ਕਿਵੇਂ ਠੋਸ ਲੱਗਦੀ ਆ। ਮਹਾਰਾਜ ਦਾ ਤਾਂ ਇੱਕ ਵਾਹਿਗੁਰੂ ਸ਼ਬਦ ਨਾਲ ਉਚਾਰਨ ਹੋ ਰਿਹਾ ਸਾਰੇ ਸ਼ਬਦ ਦੀ। ਅਤੇ ਨਾ ਪੜ੍ਹੀਏ ਹੁਕਮਨਾਮੇ ਜ਼ਰੂਰ ਪੜ੍ਹਦੇ ਹਾਂ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਇਹ ਪੜ੍ਹਦੇ ਹੀ ਆਪਾਂ, ਪੜ੍ਹਨਾ ਨਹੀਂ ਹੈ, ਇਹ ਤੇ ਵਿਸ਼ਵਾਸ ਲਿਆਉਣਾ ਹੈ। ਸਾਡੀ ਸੁਰਤ ਜਿਹੜੀ ਹੈ ਉਹੀ ਹੀ ਪਰੇ ਹੋਈ ਹੈ। ਸ਼ਬਦ ਪਹਿਲਾਂ ਹੀ ਵਰਤ ਰਿਹਾ, ਹੁਕਮ ਪਹਿਲਾਂ ਹੀ ਵਰਤ ਰਿਹਾ। ਸ਼ਬਦ ਵੀ ਹੈ, ਹੁਕਮ ਵੀ ਹੈ, ਨਾਮ ਵੀ ਹੈ, ਸਭ ਕੁਛ ਹੀ ਉਹ ਹੈ। ਵਾਹਿਗੁਰੂ ਵੀ ਉਹੀ ਹੈ। ਇੱਥੋਂ ਤੱਕ ਹੈ ਤਾਂ ਮਿਲਾਪ ਹੋਣਾ। ਗੱਲ ਸਮਝ ਆ ਜੇ ਸਾਨੂੰ। ਸਾਡੀ ਅਸੀਂ ਸੁਰਤ ਕਰਕੇ ਉਹ ਤੋਂ ਵੱਖ ਹੋਏ ਹਾਂ। ਇਸਤਰੀ ਸੁਰਤ ਵੀ ਕਹਿ ਲਓ। ਸਾਡੀ ਸੁਰਤ ਜਿਹੜੀ ਆ ਬਾਹਰਲੇ ਸਰੀਰਾਂ ਨਾਲ ਚੁੰਬੜੀ ਪਈ ਆ, ਬਾਹਰਲੇ ਸਾਡੇ ਸੁਰਤ ਸਾਡੇ ਪਦਾਰਥਾਂ ਨਾਲ, ਬਾਹਰਲੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਚੁੰਬੜੀ ਪਈ ਆ। ਸਾਡੀ ਸੁਰਤ ਕਦੇ ਬੰਦਿਆਂ ਨਾਲ ਜੁੜੀ ਪਈ ਆ, ਬਾਹਰਲੇ ਸਰੀਰਾਂ ਨਾਲ ਜੁੜੀ ਪਈ ਆ। ਕਿਹੜੀ ਚੀਜ਼ ਬਾਹਰ ਜੋ ਦਿਸਦੀ ਆ ਸੁਰਤ ਉੱਥੇ ਘੁੰਮਦੀ ਫਿਰਦੀ ਆ। ਮਨ ਹੁਣੀ ਉਹਦੇ ਨਾਲ ਹੀ ਤੁਰੇ ਫਿਰਦੇ ਆ। ਮਨ ਇੱਥੋਂ ਹੀ ਇੰਨਾ ਭੁੱਲਿਆ ਹੋਇਆ, ਇੱਥੋਂ ਹੀ ਸੰਤੁਸ਼ਟਤਾ ਭਾਲਦਾ। ਹੁਣ ਗੁਰੂ ਸਾਹਿਬ ਉਸੇ ਮਨ ਨੂੰ ਉਹ ਇੰਨਾ ਚਿਰ ਦਾ ਭੁੱਲਿਆ ਹੋਇਆ, ਇੰਨੀ ਚਿਰ ਦੀ ਅੱਗ ਬਲਦੀ, ਉਹ ਕਹਿੰਦਾ ਹਜੇ ਵੀ ਇੱਥੋਂ ਤਸੱਲੀ ਹੋ ਜੂ, ਇੱਥੋਂ ਮਿਲ ਜੂ ਮੈਨੂੰ ਕੁਛ, ਇੱਥੋਂ ਮਿਲ ਜੂ। ਉਹ ਨਾਲ ਹੀ ਲੱਗੀ ਆ ਅਤੇ ਉਹ ਠੰਡਾ ਹੁੰਦਾ ਹੀ ਨਹੀਂ ਵਿਚਾਰਾ। ਜਿਉਂ ਆਪਾਂ ਮਹਾਰਾਜ ਦੀ ਸਿੱਖਿਆ ਨਾਲ, ਸ਼ਬਦ ਦੀ ਵਿਚਾਰ ਨਾਲ ਜਿਉਂ ਆਪਾਂ ਨਾਮ ਜਪਾਂਗੇ, ਤਿਉਂ ਸਾਡਾ ਮਨ ਸਮਝਾਵਨਕਾਰ ਨੇ ਕਸ਼ੀਯੁਗ ਪੜ੍ਹੀਏ ਗਿਆਨ ਸਮਝਿਆ। ਇਹੀ ਸਮਝ ਜੇ, ਇਹੀ ਨਹੀਂ ਸਮਝਦਾ, ਇਹੀ ਨਹੀਂ ਸਾਡੇ ਅੱਖ। ਪਹਿਲਾਂ ਤਾਂ 10 ਵਰੇ ਤਾਂ 20 ਵਰੇ ਤਾਂ ਪਤਾ ਹੀ ਲੱਗਦਾ ਮਨ ਕਿੱਥੇ ਆ। ਹੌਲੀ ਹੌਲੀ ਮਨ ਦੇਖਣਾ ਆਉਂਦਾ, ਫਿਰ ਔਗਣ ਦਿਸਦੇ ਆ, ਫਿਰ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੰਮ ਹੀ ਇਹਦਾ ਸੀ। ਫਿਰ ਇਹ ਪੁੱਠੇ ਪਾਸੇ ਤੋਂ ਗੁਰੂ ਸਾਹਿਬ ਦੀ ਸਿੱਖਿਆ ਵੱਲ ਨੂੰ ਆਉਂਦਾ। ਇਹਨੂੰ ਥੋੜ੍ਹੀ ਜਿਹੀ ਠੰਡ ਮਿਲਦੀ ਆ, ਫਿਰ ਠੰਡ ਹੁੰਦੀ ਜਾਂਦੀ। ਜਿਉਂ ਠੰਡਾ ਹੁੰਦਾ ਜਾਊਗਾ ਤਿਉਂ ਇਹਦੀ ਤਸੱਲੀ ਹੁੰਦੀ ਜਾਣੀ ਹੈ, ਤਿਉਂ ਇਹਨੇ ਜੁੜਦੇ ਜਾਣਾ। ਇਹ ਤਾਂ ਭਾਲਦਾ ਹੀ ਇਹ ਚੀਜ਼ ਸੀ, ਭਾਲਦਾ ਹੀ ਅੰਮ੍ਰਿਤ ਮਿਲਦਾ ਹੈ। ਸਾਰੀ ਸ੍ਰਿਸ਼ਟੀ ਦੇ ਜੀਵ ਆਤਮੀ ਅੰਮ੍ਰਿਤ ਭਾਲਦੇ ਫਿਰਦੀ ਆ ਅੰਦਰੋਂ ਮਨ। ਪਰ ਲੱਭਦਾ ਕਿਤੋਂ ਹੋਰ ਆ? ਲੱਭਦਾ ਅੱਗ ਚੋਂ ਆ, ਲੱਭਦਾ ਜ਼ਹਿਰ ਚੋਂ ਆ। ਅਤੇ ਹੁਣ ਉਹ ਜ਼ਹਿਰ ਚੋਂ ਤੇ ਅੰਮ੍ਰਿਤ ਤਾਂ ਲੱਭਣਾ ਨਹੀਂ ਨਾ, ਅੱਗ ਚੋਂ ਲੱਭਣਾ ਅੰਮ੍ਰਿਤ। ਠੰਡ ਇਹ ਮਹਾਰਾਜ ਠੰਡੇ ਵੀ ਨੇ, ਅੰਮ੍ਰਿਤ ਵੀ ਨੇ, ਸਾਰੇ ਗੁਣ ਮਹਾਰਾਜ ਨੇ ਸਾਨੂੰ ਆਪਦੇ ਸਮਝਾਤੇ। ਮਿੱਠ ਬੋਲੜੇ ਵੀ ਨੇ, ਇਹ ਕੌੜਾ ਬੋਲਦਾ,
ਹੁਣ ਕੌੜੇ ਬੋਲਣ ਤੋਂ ਸਾਹ ਜਿੰਨਾ ਅੰਮ੍ਰਿਤ ਪੀਊਗਾ ਫਿਰ ਮਿੱਠਾ ਬੋਲਣ ਲੱਗੂ, ਨਹੀਂ ਅਜੇ ਮਿੱਠਾ ਚੇਂਜ ਸੁਭਾਅ। ਹੁਣ ਲਾਈਨ ਤਾਂ ਇੱਕ ਕਬੀਰ ਜੀ ਨੇ ਲਿਖ ਕਿਆ ਪੜ੍ਹੀਏ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ, ਕਹਿੰਦੇ ਕੀ ਪੜ੍ਹੀ ਸੁਣੀ ਨਾ ਹੋਏ, ਜੋ ਸਹਿਜ ਨਾ ਮਿਲਿਓ ਸੋਈ ਸੁਭਾਅ ਬਦਲਿਆ। ਆਹ ਕਹਿੰਦੇ ਆ ਉਹ ਕਬੀਰ ਜੀ। ਕਿਉਂ ਸੁਭਾਅ ਕਿਵੇਂ ਬਦਲੂ? ਕਬੀਰ ਜੀ ਭਗਤ ਜੀ ਕਹਿੰਦੇ ਹਰ ਕਾ ਨਾਮ ਨਾ ਜਪ ਸਗਵਾਰਾ, ਮੂਰਖਾ ਨਾਮ ਤਾਂ ਜਪਦਾ ਨਹੀਂ। ਕਿਆ ਸੋਚੇ ਬਾਰੰਬਾਰ, ਸਾਡੇ ਸੋਚ ਹੀ ਨਹੀਂ ਖਤਮ ਹੁੰਦੀ ਅੰਦਰੋਂ, ਸੋਚ ਹੀ ਨਹੀਂ ਖਤਮ ਹੁੰਦੀ। ਫਿਰ ਸੋਚਾਂ ਨਾਲ ਹੀ ਰੱਬ ਪਾਉਣਾ ਚਾਹੁੰਦੇ ਆ, ਸੋਚਾਂ ਨਾਲ ਹੀ। ਸੋਚ ਤਾਂ ਸਾਡੀ ਆ, ਸੋਚਾਂ ਤਾਂ ਸਾਰੀਆਂ ਛੱਡਣੀਆਂ ਨੇ। ਆਪਦੀ ਸੋਚ ਤਾਂ ਛੱਡ ਦੇਣੀ ਆ, ਆਪਦੀ ਸੋਚ ਨਾਲ ਤਾਂ ਸਾਡੀ ਕੱਖ ਨਹੀਂ ਬਣਨਾ। ਹੁਕਮ ਦਾ ਵਾਹਿਗੁਰੂ ਦਾ ਚੱਲਦਾ ਤੇ ਉਹਦਾ ਡਰ ਰੱਖਣਾ ਹੈ, ਹਰ ਵਕਤ ਭੈ ਰੱਖਣਾ ਹੈ। ਮਗਰ ਹੁਣ ਇਹ ਭੈ ਰੱਖਣਾ ਵੀ ਮਹਾਰਾਜ ਦੇਖਿਓ ਨਾਮ ਜਪਾਓ, ਨਹੀਂ ਤਾਂ ਸਾਡਾ ਕੰਗਾ ਹੋ ਜਾਣਾ, ਸਾਨੂੰ ਭੁੱਲ ਨਾ ਜਾਓ ਤੁਸੀਂ। ਇਹ ਜੇ ਗਾਂ ਆਓ ਹੁਣ ਉੱਥੇ ਆਓ। ਉਹ ਜਦੋਂ ਸਰੀਰਾਂ 'ਤੇ ਜ਼ੋਰ ਸੀ ਤੇ ਇੱਕ ਤਾਂ ਗੁਰੂ ਸੱਚੇ ਪਾਤਸ਼ਾਹ ਨੇ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ, ਇੱਕ ਤਾਂ ਇਹ ਪ੍ਰਗਟ ਕਰਨੇ ਸੀ, ਇੱਕ ਤਾਂ ਆਹ ਕੰਮ ਸੀ ਵੱਡਾ, ਆਪਦੇ ਬਚਨ ਪ੍ਰਗਟ ਕਰਨੇ ਸੀ ਕਿ ਜਿਵੇਂ ਖੇਲ ਰਚਿਆ ਤੇ ਕਿਵੇਂ ਠੰਡੇ ਦਾ ਖੇਲ ਹੈ, ਤੇ ਉਹ ਸਾਰਾ ਵੀ ਇਹ ਜੀਵ ਆਤਮਾ ਵਾਸਤੇ ਸਾਡੇ ਲਈ ਅੰਦਰਲੇ ਵਾਸਤੇ ਥਾਲ ਪਰੋਸ ਕੇ ਲਿਆਂਦਾ ਹੈ। ਅੰਦਰਲੇ ਦਾ ਭੋਜਨ ਹੈ ਜਿਹੜਾ ਸਾਰਾ, ਬਾਹਰਲੇ ਦਾ ਨਹੀਂ ਹੈ। ਬਾਹਰਲੇ ਨੂੰ ਤਾਂ ਗੁਰਬਾਣੀ ਬਹੁਤ ਬੁਰੀ ਲੱਗਦੀ ਆ, ਬਾਹਰਲੇ ਤੋਂ ਕੱਚੀ ਬਾਣੀ ਚੰਗੀ ਲੱਗਦੀ ਹੈ ਜਿਹੜੀ ਉਹਦੀ ਆ। ਸੱਚੀ ਬਾਣੀ ਨਹੀਂ ਚੰਗੀ ਲੱਗਦੀ, ਅੰਦਰ ਨਹੀਂ ਟਿਕਦੀ ਉਹ। ਜੇ ਪੜ੍ਹੀ ਵੀ ਜਾਂਦਾ ਤਾਂ ਵੀ ਹਰ ਨਿੱਤ ਕਰੇ ਰਸਨਾ ਕਹਿਆ ਕਿਛੂ ਨਾ ਜਾਣੀ, ਜਿਹੜਾ ਕੋ ਕਹਿੰਦੇ ਨੇ ਉਹ ਨਹੀਂ ਅੰਦਰ ਵੜਦੀ। ਉਹ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਮਾਇਆ ਬੋਲਣ ਰਵਾਣੀ ਆ ਰਹਿੰਦੀ ਹੈ ਜੀ। ਕੱਚੀ ਬਾਣੀ ਪਸੰਦ ਕਰਦਾ ਬਾਹਰਲਾ। ਸੱਚੀ ਗੱਲਾਂ ਜਿਹੜੀਆਂ ਮਰਜ਼ੀ ਕਰਾ ਲਓ, 2 ਘੰਟੇ ਕਰਾ ਲਓ, ਪਰ ਜੇ 15 ਮਿੰਟ ਕਹਿ ਦਿਓ ਨਾਮ ਜਪਣਾ ਚੌਂਕੜੀ ਮਾਰ ਕੇ, ਤੇ ਕਹਿੰਦਾ ਉਹ ਕੰਮ ਇਹ ਤਾਂ ਔਖਾ ਬੜਾ। ਦੇਖਿਆ ਨਾ ਕਿ ਅੰਦਰਲੇ ਦੀ ਖੁਰਾਕ ਸੀ, ਅੰਦਰਲਾ ਬਾਹਰਲੇ ਸਰੀਰ ਨੂੰ ਆਪਦਾ ਮੰਨੀ ਬੈਠਾ ਹੈ ਤੇ ਬਾਹਰਲਾ ਸਰੀਰ ਹੀ ਸਮਝਦਾ ਦੇਖੀ ਜਾਊ। ਇਹ ਨਹੀਂ ਪਤਾ, ਗੁਰੂ ਸਾਹਿਬ ਸਮਝਾਈ ਜਾਂਦੇ ਆ, ਉਹ ਮੁੜ ਕੇ ਵਾਪਸ ਆਉਣਾ, ਤੂੰ ਵਾਪਸ ਆਉਣਾ ਹੈ। ਜਿਹਨੂੰ ਵਾਪਸ ਆਉਣਾ ਯਾਦ ਆ ਨਾ, ਉਹ ਨਾਮ ਜਪੂਗਾ। ਜਿਹਨੇ ਮਰਨਾ ਹੈ, ਪਤਾ ਆਪੇ ਮਰ ਜਾਣਾ, ਮੈਂ ਤਾਂ ਇੱਥੇ ਰਹਿਣਾ ਨਹੀਂ, ਤਾਂ ਮੇਰਾ ਸਾਰਾ ਡੰਬਰ ਕੂੜਦਾ ਹੈ। ਪਾਤਸ਼ਾਹ ਇਹੀ ਗੱਲਾਂ ਸਾਰੀਆਂ ਸਮਝਾ ਰਹੇ। ਇੱਕ ਤਾਂ ਭਾਣਾ ਮੰਨਣ ਦਾ ਬਲ ਸਬਕ ਸਿਖਾਇਆ ਸਾ, ਬਈ ਰੱਬ ਦਾ ਭਾਣਾ ਚੱਲਦਾ ਹੈ, ਤੇਰਾ ਨਹੀਂ ਚੱਲਦਾ। ਤੇ ਉਹ ਨਾ ਜੇ ਨਹੀਂ ਵੀ ਮੰਨੇਗਾ ਤਾਂ ਵੀ ਤੇਰੇ ਤੇ ਹੁਕਮ ਉਹਦੇ ਚੱਲਦਾ ਹੈ। ਨਹੀਂ ਵੀ ਮੰਨਾਂਗੇ, ਹੁਕਮ ਹੁੰਦਾ ਹੈ ਆਰਡਰ। ਭਾਣਾ ਹੁੰਦਾ ਜਿਹੜਾ ਵਾਹਿਗੁਰੂ ਨੂੰ ਆਪ ਨੂੰ ਪਸੰਦ ਆ, ਬਹੁਤ ਸਾਨੂੰ ਵੀ ਚੰਗਾ ਲੱਗੇ ਉਹਦਾ ਹੁਕਮ, ਬਹੁਤ ਚੰਗਾ ਲੱਗੇ। ਪਰ ਸਾਨੂੰ ਚੰਗਾ ਲੱਗਦਾ ਨਹੀਂ, ਅਸੀਂ ਤਾਂ ਹਰੇਕ ਦੇ ਪੂਰੇ ਕਿੰਤੂ ਖੜਾ ਕਰਦੇ ਨੇ, ਇਹ ਕਿਉਂ ਹੋ ਗਿਆ, ਐਂ ਕਿਉਂ ਹੋ ਗਿਆ, ਐਂ ਕਿਉਂ ਹੋ ਗਿਆ। ਉਹ ਜੋ ਕੁਛ ਕਰਦਾ ਹੈ ਠੀਕ ਕਰਦਾ ਹੈ। ਉਹ ਪੜ੍ਹੀ ਜਾਂਦੇ ਜੋ ਤਦ ਭਾਵ ਸਾਈ ਭਲੀ ਕਾਰ, ਮੋਟ ਐ ਕੋਟਾ ਲਾ ਤੂੰ ਸਦਾ ਸਲਾਮਤ ਨਿਰੰਕਾਰ ਹੈ। ਜੋ ਤਦ ਭਾਵ ਹੈ ਸਾਈ ਭਲੀ ਕਾਰ, ਅਰਥ ਸਮਝੋ ਇਹਦੇ ਭਾਣਾ। ਤੇ ਮਹਾਰਾਜ ਨੇ ਕਿਹਾ ਵੀ ਇਹ ਮੈਂ ਹੁਣ ਆਪ ਨਾ ਮੰਨ ਕੇ ਦਿਖਾਉਂਦੇ, ਅਸੀਂ ਕਹਿ ਦੇਣਾ ਸੀਗਾ ਬਾਪੂ ਜੀ ਤੁਸੀਂ ਲਿਖ ਗਏ ਹੋ, ਤੇਰਾ ਭਾਣਾ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ, ਇਹਦਾ ਔਖਾ ਬੜਾ। ਮਹਾਰਾਜ ਕਿਹਾ ਮੈਂ ਤੁਹਾਨੂੰ ਮੰਨ ਕੇ ਦਿਖਾਉਣਾ, ਪੈਸਾ ਮੈਂ ਦਿਖਾਉਣਾ। ਆਹ ਦੇਖ ਜਿੰਨੇ ਦੁਸ਼ਮਣ ਆਪ ਹੀ ਖੜੇ ਸੀ, ਆਪ ਹੀ ਖੇਲ ਤਾਂ ਆਪ ਦਾ ਹੀ ਆ। ਸੁਖਮਨੀ ਸਾਹਿਬ ਲਿਖ ਕੇ ਦਿੱਤਾ, ਨਾ ਕਿ ਜਨਮੇ ਨਾ ਕਿਛ ਮਰੇ, ਆਪਨ ਚੱਲਤ ਆਪ ਹੀ ਕਰੇ। ਇੱਥੇ ਨਿਵੇੜੇ ਕਰ ਦਿੱਤਾ, ਨਿਵੇੜੇਗਾ ਉਹੀ ਪਾਤਸ਼ਾਹ ਨੇ ਜਿਹੜੇ ਤੱਤੀ ਤਵੀ ਤੇ ਬੈਠੇ। ਇਹ ਤਾਂ ਸਾਨੂੰ ਇੱਕ ਡਰਾਮਾ ਜਿਹਾ ਬਣਾਇਆ ਹੋਇਆ ਉਹਦਾ ਆਪ ਦਾ। ਅਸੀਂ ਫਸੇ ਹੋਏ ਹਾਂ ਤੇ ਉਹਦੇ ਲਈ ਤਾਂ ਇੱਕ ਖੇਲ, ਇੱਕ ਤਮਾਸ਼ਾ ਜਿਹਾ ਬਣਾਇਆ। ਆਪ ਹੱਸਦਾ, ਸਾਰਾ ਕੁਛ ਦੇਖ ਕੇ ਹੱਸਦਾ। ਨਾਨਕ ਬਿਕਸੇ ਬੇਪਰਵਾਹ। ਆ ਦੇਖੋ ਕਿਹੋ ਜਿਹਾ ਸੁਭਾਅ, ਬੇਪਰਵਾਹ। ਸਾਨੂੰ ਵੀ ਬੇਪਰਵਾਹ ਹੋਣਾ ਪੈਣਾ, ਜਿਹੜਾ ਕੁਛ ਉਹਦਾ ਸੁਭਾਅ ਨਾ ਉਹ ਬਣਾਉਣਾ ਪੈਣਾ। ਤੇ ਬਿਕਸੇ ਬਹੁਤ ਖੁਸ਼ ਹੁੰਦਾ ਦੇਖ ਕੇ ਸਾਰੀਆਂ ਜੀਵਾਤਮਾ, ਜਿਹਨੂੰ ਮਰਜ਼ੀ ਮਾਰ ਦੇਵੇ, ਜਿਹਨੂੰ ਜੋ। ਅਸੀਂ ਕਹਿੰਦੇ ਪਿੱਟੀ ਜਾਂਦੇ, ਅਸੀਂ
ਤੇ ਉਹ ਪਤਾ ਨਹੀਂ ਉਹਨੂੰ ਕੀ ਚੰਗਾ ਲੱਗਦਾ ਹੈ, ਕਿ ਆਪਦੇ ਕੀ ਚੰਗਾ ਲੱਗਦਾ ਉਹਨੂੰ ਚੰਗਾ ਲੱਗਦਾ ਉਹ ਕੁਝ ਹੋ ਰਿਹਾ ਤੇ ਉਹ ਆਪਦੇ ਜਾਣੀ ਦੁਸ਼ਮਣੀ। ਉਹ ਤੇ ਉਹਨਾਂ ਨੇ ਨਾ ਜਹਾਂਗੀਰ ਨੂੰ ਇਸੇ ਕੰਮ ਨੂੰ ਪਾਇਆ ਸੀ। ਜਹਾਂਗੀਰ ਨੂੰ ਇਹ ਹੁਣ ਭੂਤ ਕਾਲ ਦੀ ਗੱਲ ਆ ਸਾਰੀ। ਅਸੀਂ ਤਾਂ ਉਹਦੇ ਵਿੱਚੋਂ ਸਬਕ ਲੈਣੇ ਆ, ਲੈਸਨ ਲੈਣੇ ਆ। ਅਤੇ ਪਾਤਸ਼ਾਹ ਸਾਨੂੰ ਤਾਂ ਹੁਣ ਹਾਜ਼ਰ ਨਾਜ਼ਰ ਚਾਹੀਦੇ ਆ, ਉਹੀ ਪਾਤਸ਼ਾਹ। ਸਮਝ ਲੱਗੀ ਨਾ। ਹੁਣ ਅਸੀਂ ਤਾਂ ਹੁਣ ਜੇ ਅਸੀਂ ਪਿਛਲੀ ਹਿਸਟਰੀ ਪੜ੍ਹ ਕੇ ਚੁੱਪ ਕਰ ਜਾਂਗੇ, ਬਾਅਦ ਜੀ ਉਦੋਂ ਹੋਏ ਸੀ ਸ਼ਹੀਦੀ ਦਿਵਸ ਮਨਾ ਲਿਆ ਜੀ ਬਸ ਖੁਸ਼ੀ ਨਾਲ, ਅਤੇ ਆਪ ਤੂੰ ਕੌਣ ਆ ਬਈ? ਅਸੀਂ ਆਪ ਦਾ ਦੇਖਣਾ। ਅਸੀਂ ਤਾਂ ਹੁਣ ਵੀ ਪਾਤਸ਼ਾਹ ਹੁਣ ਸਾਨੂੰ ਕਾਹਨੂੰ ਬਸ ਸਿੱਖਿਆ ਦੇਈ ਜਾਂਦੇ ਹੋ? ਇਹ ਕੀ ਦਿਖਾ ਰਹੇ ਹੋ? ਅਸੀਂ ਤਰਨਾ, ਅਸੀਂ ਉਸ ਬਾਪ ਕੋਲੇ ਜਾਣਾ, ਸਾਨੂੰ ਉਹਦੇ ਦਰਸ਼ਨ ਹੋਣੇ ਆ, ਤਾਂ ਸਾਨੂੰ ਲੋੜ ਆ, ਤਾਂ ਸਾਨੂੰ ਉਹਦੇ ਵਿੱਚੋਂ ਸਿੱਖਿਆ ਲੈਣ ਦੀ ਲੋੜ ਆ। ਜਿਹੜੀ ਸਿੱਖਿਆ ਦਿੱਤੀ ਹੈ ਵਿੱਚੋਂ ਸਿੱਖਿਆ ਦਿੱਤੀ ਹੈ ਉਹ ਸਿੱਖਣਾ ਉਹਦੇ 'ਚੋਂ। ਉਸੇ ਪਾਤਸ਼ਾਹ ਦਾ ਤਾਂ ਸਾਰਾ ਹੁਕਮ ਚੱਲਦਾ। ਹੁਣ ਕਿੱਥੇ ਗਏ? ਹੁਣ ਕਹਿ ਦਈਏ ਤੱਤੀ ਤਾਂ ਵੀ ਤਾਂ ਬੈਠੇ ਸੀ ਉਹ ਸਰੀਰ। ਉਹ ਸਾਨੂੰ ਐਂ ਲੱਗਦਾ ਨਹੀਂ। ਅਹਿਮਦ ਸ਼ਾਹ ਸਰਹੱਦੀ ਇੱਕ ਉਹ ਜੀਵ ਆਤਮਾ ਉਦੋਂ ਦੂਏ ਸੀਗਾ ਇੱਕ ਹੋਰ ਤਾਂ ਜਿਹੜੇ ਪੂਰਨ ਸੱਚ ਨੂੰ ਦੋਵੇਂ ਵਿਰੁੱਧ ਨੇ ਨਾ, ਉਹ ਦੋਵੇਂ ਕਾਜੀ ਮੁੱਲਾ ਸੀ। ਉਦੋਂ ਨਾ ਕਾਜੀ ਮੁੱਲਾ ਦਾ ਹੀ ਮਾਖਾ ਮੰਨਦਾ ਹੀ ਰਾਜ। ਉਹਨੇ ਜਹਾਂਗੀਰ ਨੂੰ ਪਹਿਲਾਂ ਕਹਿ ਤਾ ਸੀਗਾ ਵੀ ਤੈਨੂੰ ਅਸੀਂ ਰਾਜਗੱਦੀ ਦਵਾਵਾਂਗੇ, ਪਰ ਤੂੰ ਇੱਕ ਕੰਮ ਕਰਨਾ ਹੈ ਬਈ ਤੂੰ ਨਾ ਪੰਜਵੇਂ ਪਾਤਸ਼ਾਹ ਜਿਹੜੀ ਹੈ ਨਾ ਉਹਨਾਂ ਨੂੰ ਤੂੰ ਉਹਨਾਂ ਦੀ ਦੁਕਾਨ ਬੰਦ ਕਰਨੀ। ਝੂਠੀ ਦੁਕਾਨ ਹੀ ਦੱਸਦੇ ਸੀ ਉਹਨੂੰ। ਸੱਚੀ ਦੁਕਾਨ ਨੂੰ ਝੂਠੀ ਦੁਕਾਨ ਦੱਸਦੇ। ਆਪ ਪਤਾ ਨਹੀਂ ਕਿਹੜੀ ਦੁਕਾਨ ਖੋਲ੍ਹੀ ਬੈਠੇ ਸਮਝ ਲੱਗੀ। ਦੇਖੋ ਖੇਲ ਹੁਣ ਵੀ ਉਵੇਂ ਆ, ਹੁਣ ਵੀ ਉਵੇਂ ਝੂਠ ਤੇ ਸੱਚ ਦਾ ਹੀ ਖੇਲ ਹੈ। ਇੱਥੇ ਵੀ ਹੁਣ ਵੀ ਹੋ ਰਿਹਾ ਉਵੇਂ। ਇਹ ਤਾਂ ਨਹੀਂ ਵੀ ਉਹ ਮੁੱਕ ਗਿਆ ਹੈਗਾ। ਜੇ ਖੇਲ ਹੋ ਰਿਹਾ ਉਵੇਂ ਤਾਂ ਹੀ ਉਹ ਸੱਚ ਨਹੀਂ ਕਰਦਾ ਨਹੀਂ। ਪਰ ਸੱਚੇ ਨੂੰ ਮਹਾਰਾਜ ਨੇ ਕਿਹਾ ਵੀ ਤੂੰ ਦ੍ਰਿੜ ਰਹਿਣਾ, ਤੈਨੂੰ ਕੋਈ ਸੇਕ ਨਹੀਂ ਲੱਗੂ। ਤੂੰ ਆ ਦੇਖੋ ਨਾ ਸਰੀਰ ਤੋਂ ਉੱਚੇ ਉੱਠ ਕੇ ਸਾਨੂੰ ਦਰਸ਼ਨ ਹੋ ਜਾਣੇ। ਸਾਨੂੰ ਕੀ ਸਾਨੂੰ ਸਰੀਰਾਂ ਦੀ ਕੀ ਪ੍ਰਭਾਵ ਹੈ? ਮਹਾਰਾਜ ਸਾਨੂੰ ਸਰੀਰਾਂ ਤੋਂ ਬਾਹਰ ਸੁਰਤੀ ਲੱਗਣ ਦਾ ਮਤਲਬ ਕੀ ਹੈ? ਵੀ ਸਰੀਰ ਤੋਂ ਬਾਹਰ ਹੋ ਜਾਈਏ ਅਤੇ ਤਾਂ ਤੇਰੇ ਨਾਲ ਮੇਲ ਹੋਣਾ। ਜਦੋਂ ਅਸੀਂ ਸਰੀਰ ਤੋਂ ਬਾਹਰ ਹੋ ਗਏ, ਅਸੀਂ ਸਰੀਰ ਸਾਡੇ ਨੂੰ ਸਾੜੀ ਜਾਓ, ਕੁਛ ਕਰੀ ਜਾਓ। ਇਉਂ ਹੋ ਗਏ ਸੀ ਸਿੰਘ, ਇਉਂ ਕਰੀ ਜਾਂਦੇ ਸੀ ਪਾਤਸ਼ਾਹ ਜਿਹੜਾ ਹੁੰਦਾ। ਹੁਣ ਵੀ ਸਾਨੂੰ ਉਵੇਂ ਕਰ ਰਹੇ ਨੇ। ਸਾਤੋਂ ਹਜੇ ਨਹੀਂ, ਅਸੀਂ ਨਹੀਂ ਹਿਲਦੇ ਅੰਦਰੋਂ। ਅਸੀਂ 9 ਦਰਵਾਜ਼ੇ ਜੀ ਕਹਿੰਦੇ ਇੱਥੇ ਰਹੀਏ ਬਈ, ਲੈਣਾ ਕੀ ਹੈ ਜੀ? ਅਜੇ ਰਹਿਣ ਦਿੰਦੇ ਆ। 10ਵੀਂ ਨੂੰ ਜਾਣ ਹੀ ਲੋੜ ਹੀ ਨਹੀਂ ਸਾਨੂੰ 10ਵੀਂ ਜਾਣ ਦੀ। 10ਵਾਂ ਉੱਤੇ ਆ, 10ਵਾਂ ਹੀ ਸਰੀਰ ਤੋਂ ਬਾਹਰ ਆ, ਉਹੀ ਛੱਡਣਾ। ਉੱਥੇ ਤਾਂ ਬੇਪਰਵਾਹ ਹੈ, ਉੱਥੇ ਤਾਂ ਹਲੇ ਪਤਾ, ਉਹਨੂੰ ਤਾਂ ਪਤਾ ਹੀ ਨਹੀਂ ਸਰੀਰਾਂ ਦਾ। ਹੁਣ ਮਾਲਕ ਨੂੰ ਕੋਈ ਪਤਾ ਨਹੀਂ ਸਰੀਰਾਂ ਦਾ ਥੱਲੇ ਆ ਗਿਆ। ਅਤੇ ਸਾਡੇ ਵਿੱਚ ਰਹਿੰਦਾ ਵੀ ਅਲਿਪਤ ਰਹਿੰਦਾ। ਸਭ ਘੱਟ ਭੋਗਵੇ ਅਲਿਪਤ ਰਹੇ। ਅਲਿਪਤ ਲਫ਼ਜ਼ ਬਹੁਤ ਇਹ ਦਰਸ਼ਨ ਸਰੀਰ ਛੱਡਣ ਤੋਂ ਬਾਅਦ ਸੱਚਖੰਡ ਨੂੰ ਜਾਣ ਵਾਲਾ ਅਲਿਪਤ ਉਹ ਆਏ। ਮਹਾਰਾਜ ਅਲਿਪਤ ਨੇ ਗੁਰੂ ਸਾਹਿਬ। ਅਲੱਖ ਨਾ ਲਖਣਾ ਜਾਈ। ਬੇਸ਼ੱਕ ਸਾਡੀ ਪਹੁੰਚ ਤੋਂ ਬਾਹਰ ਹੈ। ਹੁਣ ਸਾਨੂੰ ਤਾਂ ਅਸੀਂ ਤਾਂ ਸਾਡੀ ਪਹੁੰਚ ਕਿੱਥੇ? ਤੇ ਨਿੱਕੀ ਜਿਹੀ ਕੋਠੜੀ 'ਚ ਬੰਦ ਹੋਏ ਪਏ ਹਾਂ। ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਨੂੰ ਸ਼ਬਦ ਰਾਹੀਂ ਉਡਾ ਰਿਹਾ ਵਿੱਚੋਂ, ਕੋਠੜੀ 'ਚੋਂ ਚੰਗਾ ਬਣਾ ਰਿਹਾ ਹੈ, ਸਾਰਾ ਛੁਡਾ ਰਿਹਾ ਥੱਲਿਓਂ, ਅਤੇ ਫਿਰ ਸਾਨੂੰ ਤਾਂ ਨੂੰ ਲੈ ਜਾਣਾ ਨੇ ਸਾਰਾ। ਹੁਣ ਗੁਰੂ ਸਾਹਿਬ ਦਾ ਆਖਾਂ ਮੰਨਾਂਗੇ ਤਾਂ ਹਰੇਕ ਆਖਾਂ ਮੰਨਾਂਗੇ। ਜਿਹੜੀ ਗੱਲ ਕਹਿੰਦੇ ਆ ਉਹ ਸੱਚ ਮੰਨ ਕੇ ਅਤੇ ਉਹਦੇ 'ਤੇ ਤੁਰਾਂਗੇ। ਉਹ ਦੋਹਾਂ ਨੇ ਜਹਾਂਗੀਰ ਨੂੰ ਇਸੇ ਕੰਮ ਨੂੰ ਕਿਹਾ ਸੀ, ਅਤੇ ਉਹਨਾਂ ਨੇ ਉਹੀ ਕੰਮ ਜਹਾਂਗੀਰ ਨੇ ਕਿਹਾ ਵੀ ਇਹ। ਹੁਣ ਜਹਾਂਗੀਰ ਤਾਂ ਕਹਿੰਦੇ ਉੱਥੇ ਕਿਤਾਬ 'ਚ ਲਿਖਿਆ ਹੀ ਨਹੀਂ ਉਹਨੇ ਵੀ ਮੈਨੂੰ ਤੁਸੀਂ ਇਹ ਤੇੜੇ ਜਾਓ। ਉਹ ਸਭ ਜਿਹੜੀਆਂ ਗਾਂਹ ਦੀ ਗਾਂਹ ਪਰੇ ਕੰਮ ਮਾੜੀ ਜਿਹਾ ਐਂ ਹੋਇਆ ਹੀ ਨਹੀਂ, ਅਤੇ ਉਹਨਾਂ ਨੇ ਆਪਦਾ ਚੱਕ ਲਏ ਸਾਜ। ਐਂ ਹੋਈ ਹੈ ਅਤੇ ਚੰਦੂ ਨੂੰ ਬਣਾ ਲਿਆ ਮੋਹਰਾ। ਆਪਣੇ ਬੰਦਿਆਂ ਨੂੰ ਵੀ ਉਹਨਾਂ ਨੂੰ ਹੀ ਵਰਤਣਾ ਅਤੇ ਉਹ ਚੰਦੂ ਨੂੰ ਮੋਹਰਾ ਬਣਾ ਕੇ ਅਤੇ ਸਾਰਾ ਖੇਡ ਰਚਿਆ। ਪਰੰਤੂ ਪਾਤਸ਼ਾਹ ਆਪ ਹੀ ਲਿਖਣ ਵਾਲੇ ਤੱਤੀ ਬਾਉ ਨਾ ਲਾਗੀ ਪਾਰਵਣ ਸ਼ਰਨਾਈ ਚ ਵਿਅਰਥ ਮਾਰੇ ਰਾਮ ਕਰ ਦੁੱਖ ਲੱਗੇ ਨਾ ਬੜੇ। ਇਹ ਵੀ ਸ਼ਬਦ ਉਹਨਾਂ ਦਾ ਹੀ ਹੈ। ਦੁੱਖ ਲੱਗੇ ਨਾ ਭਾਈ, ਉਹਨਾਂ ਤੋਂ ਦੁੱਖ ਨਹੀਂ ਲੱਗਣਾ। ਹੁਣ ਆਦ ਮੱਧ ਦੇ ਅੰਤ ਤਿੰਨਾਂ ਦੇ ਮਾਰੇ ਸਰੀਰ ਵੀ ਆਪੇ ਅਲੋਪ ਕਰ ਲਏ ਤਿੰਨਾਂ ਨੇ।
ਪਹਿਲੇ ਪਾਤਸ਼ਾਹ ਦਾ ਵੀ ਸਰੀਰ ਨਹੀਂ ਪੰਜਾਂ ਤੱਤਾਂ ਦਾ ਮਿਲਿਆ। ਮੱਧ 'ਚ ਵੀ ਉਹਨਾਂ ਨੇ ਪਾਤਸ਼ਾਹ ਨੇ ਐਵੇਂ ਉਹਦਾ ਬਹਾਨਾ ਬਣਾਤਾ ਵੀ ਰਾਵੀ 'ਚ ਜੀ ਮੈਂ ਇਸ਼ਨਾਨ ਕਰਨਾ। ਰਾਵੀ 'ਚ ਉਹਨਾਂ ਨੇ ਜਾਣ ਕੇ ਇਸ਼ਨਾਨ ਕਰਾਇਆ ਵੀ ਪਾਣੀ 'ਚ ਇਹਨਾਂ ਨੂੰ ਹੋਰ ਫਲੂਏ ਲੱਗੇ ਨੇ। ਉਹਨਾਂ ਨੂੰ ਤਾਂ ਬਾਹਰੋਂ ਤਾਂ ਇਹੋ ਹੀ ਦੱਸਦਾ ਇਨਸਾਨ ਨੂੰ ਵੀ ਬੜਾ ਦੁਖੀ ਹੋਵੇ, ਅਤੇ ਉਹਨਾਂ ਨੇ ਪਾਣੀ 'ਚ ਮਾਰੇ, ਪਾਣੀ ਦੇ ਵਿੱਚ ਰਾਵੀ 'ਚ ਲੱਭੀ ਨਹੀਂ ਮੁੜ ਕੇ ਸਰੀਰ। ਅਤੇ ਫਿਰ ਨਾ 10ਵੇਂ ਪਾਤਸ਼ਾਹ ਫਤਿਹ ਬੁਲਾ ਕੇ ਗਏ। ਇਹ ਸਾਨੂੰ ਪਰ ਬਾਕੀ ਦੇ ਪਾਤਸ਼ਾਹ ਕਹਿੰਦੇ ਵੀ ਇਹ ਸਰੀਰ ਐਵੇਂ ਠੀਕ ਕਰਾ ਜਾ, ਇੱਥੇ ਸਾੜ ਵੀ ਦੇਈਦਾ। ਇਹ ਸਾਰੇ ਕੌਤਕ ਵਰਤਾ ਕੇ ਗਏ ਆ ਸਾਡੇ ਲਈ, ਸਾਨੂੰ ਸਮਝ ਆ ਜੀ। ਅਸੀਂ ਵਾਹਿਗੁਰੂ ਨੂੰ, ਗੁਰੂ ਸਾਹਿਬ ਨੂੰ ਆਹੀ ਸਮਝਣਾ ਤਾਂ ਧਰਨਾ ਹੈ। ਇੱਕੋ ਹੀ ਗੁਰੂ, ਇਹ ਵੀ ਨਹੀਂ ਵੀ 2-3 ਗੁਰੂ ਨੇ, ਇਹ ਵੀ ਸਮਝਣੀ ਆ ਗੱਲ ਨਾਲ। ਅਤੇ ਇਹ ਇਸ ਤਰ੍ਹਾਂ ਸ਼ਹੀਦੀ ਜਿਹੜੀ ਆ ਪਾਤਸ਼ਾਹ ਨੇ, ਹੁਣ ਉਹ ਜਿਹੜੀ ਸ਼ਹੀਦੀ ਹੈ ਉਹ ਤੋਂ ਆਪਾਂ ਸਭ ਇੱਕ ਤਾਂ ਦ੍ਰਿੜਤਾ ਸਾਨੂੰ ਸਿਖਾਈ ਬਈ ਸੱਚ ਤੇ ਦ੍ਰਿੜਤਾ ਇੰਨੀ ਰੱਖਣੀ ਆ ਵੀ ਸਰੀਰ ਜਾਂਦਾ ਤਾਂ ਜਾਣ ਦੇ, ਪਰੰਤੂ ਤੈਨੂੰ ਕੁਛ ਨਹੀਂ ਹੋਣਾ। ਜਿੰਨਾ ਚਿਰ ਅਸੀਂ ਸਰੀਰ ਨਾਲ ਪਿਆਰ ਕਰਦੇ ਹਾਂ ਉਹਨਾਂ ਚਿਰ ਅਸੀਂ ਇਹ ਸ਼ਹੀਦੀ ਤੋਂ ਡਰਦੇ ਹਾਂ। ਅਤੇ ਪਰੰਤੂ ਆਹ ਜਿਹੜੀ ਸੁਰਤੀ ਲਾਉਣੀ ਹੈ ਇਹ ਵੀ ਸ਼ਹੀਦੀ ਦੇਣ, ਆਹ ਸੁਰਤੀ ਲਾਉਣੀ ਸ਼ਹੀਦੀ ਨਹੀਂ ਦੇਣ। ਹੁਣ ਕਹਿੰਦੇ ਨਹੀਂ ਵੀ ਸਰੀਰ ਛੇਤੀ ਛੇਤੀ ਅਸੀਂ ਛੱਡ ਜਾਈਏ, ਵੀ ਸਰੀਰ ਦੇ ਵਿੱਚੋਂ ਨਿਕਲ ਜਾਈਏ, ਇਹ ਸ਼ਹੀਦੀ ਆ। ਕੌਣੇ ਸਰੀਰ ਨੂੰ ਛੱਡ ਕੇ ਰਾਜੀ ਆ? ਹੁਣ ਸ਼ਹੀਦੀ ਦੇਣੀ ਨਹੀਂ ਚਾਹੁੰਦੇ ਅਸੀਂ। ਮਰਨਾ ਮੂਣਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ। ਸੂਰਮਾ ਉਹ ਹੈ ਜਿਹੜਾ ਜਿਉਂਦਾ ਜਿਉਂਦਾ ਹੀ ਮਰਨਾ ਪ੍ਰਵਾਨ ਕਰ ਲਵਾ। ਆ ਜਿਉਂਦੇ ਜਿਉਂਦੇ ਪ੍ਰਵਾਨ ਹੋਣਾ। ਸਾਨੂੰ ਇਹ ਤਾਂ ਨਹੀਂ ਕਿ ਬਾਹਰ ਉਸੇ ਵੱਢਣ ਨੂੰ ਤਿਆਰ ਵੀ ਅਸੀਂ ਜਾ ਕੇ ਹਥਿਆਰ ਚੱਕ ਕੇ ਵੱਢ ਦਈਏ ਕਿਸੇ। ਆਹ ਸ਼ਹੀਦੀ ਹੈ ਜਿਹੜਾ ਜਿਉਂਦੇ ਮੁਕਤ ਹੋ ਜਾਣਾ, ਜਿਉਂਦੇ ਹੀ ਮਰ ਜਾਣਾ। ਉਹ ਵੀ ਸਰੀਰ ਛੱਡੇ ਤੋਂ। ਹਾਂ, ਸ਼ਹੀਦੀ ਜਿਹੜੀ ਹੈਗੀ ਬਾਦਸ਼ਾਹ ਨੇ ਤਾਂ ਪਹਿਲੇ ਜਾਮੇ 'ਚ, ਤੇ ਫਿਰ ਇਹ ਦੱਸਦਾ ਵੀ ਇਹ ਜਿਹੜੀ ਸ਼ਹੀਦੀ ਇੰਨੀ ਨਿਮਰਦਾਨੀ ਧਾਰਨੀ 6ਵੇਂ ਜਾਮੇ ਵਿੱਚ ਫਿਰ ਮੀਰੀ ਦਾ ਸਬਕ ਸ਼ੁਰੂ ਕਰ ਦਿੱਤਾ। ਇੱਥੇ ਤੱਕ ਪੀਰੀ ਦਾ ਸਿਖਾਇਆ ਸਾਨੂੰ, ਦੋਵੇਂ ਸਬਕ ਸਿਖਾਏ। ਮੀਰੀ ਦਾ ਵੀ ਫਿਰ ਉਲਗਾ ਮੀਰੀ ਦਾ ਵੀ ਲੈਣਾ ਨਾ ਨਾਲ, ਉਹ 6ਵੇਂ ਜਾਮੇ ਤੋਂ ਸ਼ੁਰੂ ਕਰ ਦਿੱਤਾ ਵੀ ਜੇ ਤੈਨੂੰ ਅੰਤ ਨੂੰ ਕੋਈ ਬਾਹਰੋਂ ਹਟਦਾ ਹੀ ਨਹੀਂ ਤਾਂ ਫਿਰ ਤੂੰ ਹਥਿਆਰ ਚੱਕ, ਪਹਿਲਾਂ ਨਾ ਚੱਕ, ਐਵੇਂ ਨਾ ਪਹਿਲਾਂ ਮਾਰਨਾ ਸ਼ੁਰੂ ਕਰ। ਜੇ ਤੇਰੇ 'ਤੇ ਕੋਈ ਹਮਲਾ ਕਰ ਉਹਦਾ ਤਾਂ ਹਟਦਾ ਹੀ ਨਹੀਂ, ਫਿਰ ਤੂੰ ਉਹਨੂੰ ਕੋਈ ਗੱਲ ਨਹੀਂ। ਕੋਈ ਵੀ ਨਾ 6ਵਿਆਂ ਨੇ ਨਾ 10ਵਿਆਂ ਨੇ ਨਾ ਕੋਈ ਹਮਲਾ ਨਹੀਂ ਕਿਸੇ 'ਤੇ ਕੀਤਾ। ਦੇਖ ਲਓ ਤੁਸੀਂ, ਸਾਰੇ ਹਮਲੇ ਬਾਹਰੋਂ ਹੀ ਹੋਏ ਨੇ ਅਤੇ ਜਿੱਤ ਪ੍ਰਾਪਤ ਹੋਈ ਹੈ। ਇਹ ਵੀ ਨਹੀਂ ਵੀ ਹਾਰ ਹੋਈ ਹੈ, ਸੱਚ ਦੀ ਤਾਂ ਜਿੱਤ ਹੀ ਹੋਣੀ ਸੀ। ਜਿੱਤ ਪ੍ਰਾਪਤ ਕੀਤੀ ਹੈ, ਸੱਚ ਦੀ ਜਿੱਤ ਰਹਿਣੀ ਹੈ ਅੰਤ ਨੂੰ। ਝੂਠ ਨੇ ਤਾਂ ਇੱਥੇ ਨਾਸ ਹੋ ਜਾਣਾ। ਝੂਠਿਆਂ ਨੇ ਹੁਣ ਜਿੰਨੇ ਵੀ ਉਹਨਾਂ ਨੂੰ ਕੌਣ ਯਾਦ ਕਰਦਾ? ਅਤੇ ਸੱਚੇ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਦਿੱਤੀ ਹੈ ਜਿਹਨਾਂ ਨੂੰ ਸਾਰੇ ਯਾਦ ਕਰਦੇ ਰਹਿੰਦੀ ਦੁਨੀਆ ਤੱਕ ਯਾਦ ਕਰਦੇ। ਸਬਕ ਸਿੱਖੀ ਜਾਣਾ ਉਹਨਾਂ ਤੋਂ। ਉਹਨਾਂ ਦੀਆਂ ਕੰਧਾਂ ਦੇਖ ਕੇ ਗੁਰੂ ਦੀ ਸਿੱਖੀ ਧਾਰਨ ਕਰੀ ਜਾਂਦੇ ਆ। ਇੰਨਾ ਸਬਕ ਸਿੱਖਿਆ ਜਾਂਦਾ। ਦੇਖੋ ਸਾਹਿਬਜ਼ਾਦੇ ਹੁਣ ਜਾਈਦਾ, ਜਿਹੜੇ ਜਾਂਦੇ ਨੇ, ਬਹੁਤ ਦੁਨੀਆ ਬਦਲਦੀ ਆ ਉੱਥੇ। ਕੰਧਾਂ ਦੇਖ ਕੇ ਬਦਲਦੀ ਆ ਵੀ ਅਸੀਂ ਐਡੇ ਐਡੇ ਸਾਹਿਬਜ਼ਾਦੇ, ਅਸੀਂ ਵੀ ਯਾਰ ਕੋਈ ਸਿੱਖੀ ਵਧੀ। ਦੇਖੋ ਲੈਸਨ ਪੱਕਾ। ਅਤੇ ਇਹ ਤੋਂ ਅਸੀਂ ਸ਼ਹੀਦੀ ਦਿਵਸ ਤੋਂ ਅਸੀਂ ਵੀ ਇਹ ਕਰੀਏ ਸੱਚੇ ਪਾਤਸ਼ਾਹ, ਅਸੀਂ ਤਾਂ ਕਿੱਥੇ ਤੁਰੇ ਫਿਰਦੇ, ਸਾਨੂੰ ਵੀ ਤੁਹਾਡੇ ਲੜ ਲੱਗਣਾ ਚਾਹੀਦਾ। ਅਸੀਂ ਆਹ ਗੱਲ ਵੱਡੀ ਸਿੱਖਣੀ ਚਾਹੀਦੀ। ਪੰਜਵੇਂ ਪਾਤਸ਼ਾਹ ਗੁਰੂ ਨਾਨਕ ਹੀ, ਇਹ ਵੀ ਇਹ ਸਮਝਣੀ ਹੈ ਗੱਲ। 10ਵੇਂ ਪਾਤਸ਼ਾਹ ਨੂੰ ਗੁਰੂ ਨਾਨਕ ਹੀ ਸਮਝਣਾ ਹੈ। ਅਤੇ ਹੁਣ ਇਹਦੇ ਵਿੱਚ ਜਿਹੜਾ ਸਬਕ ਹੈ, ਜਿਹੜੇ ਸ਼ਬਦ ਨੇ ਮਹਾਰਾਜ ਨੇ, ਆਓ ਗੁਰਬਾਣੀ ਦੀ ਵੀ ਗੱਲ ਕਰ ਲਈਏ। ਹੁਣ ਧੁਰੋਂ ਆਈ ਸਾਰੀ ਗੁਰਬਾਣੀ ਭਗਤਾਂ ਦੀ, ਹੋਰਨਾਂ ਦੀ। ਹੁਣ ਭਗਤ ਤਾਂ ਬਹੁਤ ਜ਼ਿਆਦਾ ਪਹਿਲਾਂ ਹੋਏ ਨੇ। ਦੇਖਿਆ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਆ ਕੇ ਪ੍ਰਗਟ ਕਰਦਾ ਸੀ। ਫਿਰ ਉਹਨਾਂ ਦਾ ਸਤਿਕਾਰ, ਫਿਰ ਉਹਨਾਂ ਨੇ ਇੱਥੇ ਧਰਤੀ 'ਤੇ ਮਾਇਆ ਦੀ ਨਗਰੀ ਵਿੱਚ ਹਰਿਮੰਦਰ ਸਾਹਿਬ ਬਣਾਉਣਾ, ਅਤੇ ਇੱਥੇ ਹੀ ਗੁਰੂ ਸਾਹਿਬ ਨੂੰ ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ
ਪ੍ਰਕਾਸ਼ ਨੇ। ਜਿੱਦਣ ਤੋਂ ਪ੍ਰਕਾਸ਼ ਹੋ ਗਏ ਇੰਨਾ ਸਤਿਕਾਰ ਵੀ ਆਪਣੇ ਆਪ ਨੂੰ ਪਰੇ ਬਾਹਰ ਬਹਿ ਜਾਣਾ। ਗੁਰੂ ਆਪ ਸੀਗੇ ਨਾਲੇ, ਕਿਉਂ ਇਸੋਂ ਪਤਾ ਲੱਗ ਜਾਏ ਵੀ ਵਾਹਿਗੁਰੂ ਆਪ ਮੱਥਾ ਟੇਕਦਾ, ਆਪ ਮੱਥਾ ਟੇਕਣਾ। ਉਦੋਂ ਬੇਸ਼ੱਕ ਪੋਥੀ ਪਰਮੇਸ਼ਰ ਦਾ ਥਾਨ ਸੀ, ਕਿਉਂ 9ਵੇਂ ਜਾਮੇ 'ਚ ਉਹ ਮਰਿਆਦਾ ਨਹੀਂ ਨਾ ਬਦਲਣੀ ਸੀ। 9ਵੇਂ ਜਾਮੇ 'ਚ ਜਾ ਕੇ ਬਾਣੀ ਸੀਗੀ ਉਚਾਰਨੀ, ਸਭ ਪਤਾ ਸੀ। ਆਦਿ ਸ਼੍ਰੀ ਗੁਰੂ ਗ੍ਰੰਥ ਉਹਨੇ ਪੇਜ ਖਾਲੀ ਛੱਡੇ ਹੋਏ ਨੇ ਉੱਥੇ ਸਾਫ। ਦੇਖੋ ਧੁਰੋਂ ਜਿਹੜੀ ਪਹਿਲੀ ਆਦ ਹੈ ਕਰਤਾਰਪੁਰ 'ਚ, ਅਤੇ 10ਵੇਂ ਜਾਮੇ ਨੇ ਫਿਰ ਮੁਖੜੇ ਤੋਂ ਉਚਾਰਨ ਕਰ ਦਿੱਤੀ 10ਵੇਂ ਵਾਹਿਗੁਰੂ ਨੇ। ਫਿਰ ਰਹਿੰਦੀ ਦੁਨੀਆ ਤੇ ਕਰ ਜੁਗੋ ਜੁਗ ਟਲ ਭਾਈ, ਰਾਜ ਹੀ ਇਹਨਾਂ ਦਾ ਹੈ। ਸੱਚਖੰਡ 'ਚ ਪ੍ਰਕਾਸ਼ ਹੀ ਇਹ, ਰਾਜ ਹੀ ਇਹ ਨੇ। ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਦੇਖਣ ਤੂੰ ਆਪੇ ਪੂਜੇ, ਪੂਜ ਕਰਾਵੇ ਸਤਿਗੁਰ ਕੋ ਸੱਜਣ ਹਾਰਿਆ। ਆਪ ਵੀ ਮੱਥਾ ਟੇਕਦੇ ਆ, ਸਾਰੀ ਸ੍ਰਿਸ਼ਟੀ ਨੂੰ ਵੀ ਕਹਿੰਦੇ ਆ ਜਿਹਨੂੰ, ਅਤੇ ਉਹ ਜਾ ਕੇ ਹੁਣ ਪਾਤਸ਼ਾਹ ਸਾਨੂੰ ਇੱਥੋਂ ਉੱਥੇ ਹੀ ਲੈ ਜਾਣਾ ਚਾਹੁੰਦੇ ਆ। ਸਾਨੂੰ ਉੱਥੇ ਹੀ ਲੈ ਜਾਣਾ ਚਾਹੁੰਦੇ ਆ ਵੀ ਅੱਜ ਅੱਖੀਂ ਦੇਖ ਲਓ ਜਾ ਕੇ। ਹੁਣ ਅੱਖੀਂ ਤਾਂ ਨਹੀਂ ਅਜੇ ਆਪਾਂ ਦੇਖਿਆ। ਹੁਣ ਇਹੀ ਗੱਲ ਪਾਤਸ਼ਾਹ ਸਭਾ ਸ਼ਬਦ 'ਚ ਕਹਿੰਦੇ ਆ, ਹੌਂਟ ਨੇ ਦੀ ਸੱਜਣਾ ਸੰਜਣ ਮੈਂਡੇ ਨਾਲ ਹੀ ਹੈ ਤੇਰੇ, ਪਰੰਤੂ ਨਾਨਕ ਅਲੱਖ ਨਾ ਲਖੀਏ। ਅਲੱਖ ਆਓ ਤਾਂ ਹੀ ਤਾਂ ਸਾਨੂੰ ਪ੍ਰਗਟ ਨਹੀਂ ਹੁੰਦਾ। ਅਲੱਖ ਜੋ ਲੋ ਅੰਗ ਬੁੱਧ ਤੋ ਲੋ ਨਾ ਲਿਖਾਵੇ। ਜਿੰਨਾ ਚਿਰ ਸਾਡੇ ਅੰਦਰ ਮੈਂ ਵਾਲੀ ਬੁੱਧੀ ਹੈ, ਉਹਨਾਂ ਚਿਰ ਅਲੱਖ ਨਹੀਂ ਦੇਖਿਆ ਜਾ ਸਕਦਾ। ਉਹਨਾਂ ਚਿਰ ਅਲੱਖ ਨਹੀਂ ਦੇਖਿਆ। ਹੁਣ ਸਾਨੂੰ ਇਹ ਵੀ ਸਮਝਾ ਦਿੱਤੀ ਵੀ ਤੂੰ ਆਪਦੇ ਵਿੱਚੋਂ ਹਉਮੈ ਖਤਮ ਕਰ। ਪੂਰੇ ਗੁਰ ਵਿਖਾ ਲਿਆ, ਸ਼ਬਦੇ ਸੋਝੀ ਪਾਈ। ਪੂਰੇ ਗੁਰ ਵਿਖਾ ਲਿਆ ਗੁਰੂ ਨਾਨਕ ਪੂਰੇ ਤੋਂ। ਉਹਨੇ ਹੀ ਤੈਨੂੰ ਦਿਖਾਉਣਾ ਹੈ। ਸ਼ਬਦ ਨੇ ਹੀ ਤੈਨੂੰ ਸੋਝੀ ਵਰਤਣ। ਸਾਰੇ ਹੁਣ ਸ਼ਬਦਾਂ ਰਾਹੀਂ ਸਾਨੂੰ ਪਤਾ ਲੱਗਾ। ਹੁਣ ਅੰਦਰਲੀ ਇਹ ਸੂਖਸ਼ਮ ਜਿਹੜੀ ਆਤਮਾ ਅੰਦਰ ਬੈਠੀ ਹੈ, ਉਹਨੂੰ ਸਿੱਖਿਆ ਹੈ। ਉਹ ਰੱਬ ਦੀ ਉਹਨੂੰ ਸਿੱਖਿਆ ਹੈ ਸਾਰੀ। ਉਹਨੇ ਜਾਣਾ ਹੈ, ਉਹਨੂੰ ਹੀ ਇਹ ਸਾਰੀਆਂ ਗੱਲਾਂ ਸਿੱਖਿਆ। ਸਾਰੀਆਂ ਬੈਠੀਆਂ, ਸਾਰੀਆਂ ਆਪਣੀਆਂ ਸਹੇਲੀਆਂ ਰੱਬ ਦੀਆਂ। ਪਤੀ ਹਰੇਕ ਦੇ ਨਾਲ ਦੇਖੋ ਸਾਨੂੰ ਦਿਸਦਾ ਨਹੀਂ, ਅਤੇ ਅਸੀਂ ਦੇਖ ਕਿਉਂ ਵਿਚਾਲੇ ਫਿਰ ਦਿਸਦਾ ਕਿਉਂ ਨਹੀਂ ਹੈ? ਤਾਂ ਹੀ ਤਾਂ ਅਸੀਂ ਅਜੇ ਸੁਰਤ ਲਾਉਣੀ ਆ। ਸਾਡਾ ਮਨ ਜਿਹੜਾ ਹੈ ਉਹ ਦੇਖਣਾ ਹੀ ਨਹੀਂ ਚਾਹੁੰਦਾ ਉਹਨੂੰ ਅਜੇ, ਅਤੇ ਮਨ ਤਾਂ ਸਾਨੂੰ ਹੋਰ ਨਾ ਜੀ ਘੁਮਾਈ ਫਿਰਦਾ। ਉਹਨੂੰ ਲਿਆ ਕੇ ਟਿਕਾਣੇ 'ਤੇ ਲਿਆਉਣਾ, ਆਹ ਵਾ ਅਸਲ ਗੱਲ। ਅਤੇ ਉਹਨੇ ਸ਼ੁੱਧ ਹੋਏ ਬਿਨਾਂ ਟਿਕਾਣੇ 'ਤੇ ਨਹੀਂ ਆਉਣਾ। ਇਹ ਵੀ ਨਾਲ ਆ, ਆਹ ਵੀ ਨਾਲ ਆ। ਇੱਕ ਤਾਂ ਨੇ ਗੁਰਬਾਣੀ ਰਾਹੀਂ ਲਿਖਿਆ ਹੋਇਆ ਬਈ ਜਿੰਨਾ ਜਿੰਨਾ ਅਸ਼ੁੱਧ ਸੋਨੇ ਦੇ ਵਿੱਚ ਮੈਲ ਆ, ਅਤੇ ਕਠਾਲੀ 'ਚ ਸੁਨਿਆਰੇ ਕੋਲ ਦੇਖਿਓ, ਉਹਨਾਂ ਚਿਰ ਨਾ ਉਹ ਜਿਹੜਾ ਵਿਚਲਾ ਸੋਨਾ ਭੱਜਾ ਹੀ ਫਿਰਦਾ, ਭੱਜਾ ਹੀ ਫਿਰਦਾ। ਇਹ ਉਦਾਹਰਨ ਗੁਰੂ ਸਾਹਿਬ ਨੇ ਉਦਾਹਰਨਾਂ ਤਾਂ ਬੜੀਆਂ ਦੇ ਕੇ ਸਾਨੂੰ ਸਮਝਾਈਆਂ। ਜਦੋਂ ਸ਼ੁੱਧ ਹੋ ਗਿਆ ਨਾ ਸੋਨਾ, ਉਦੋਂ ਕਹਿੰਦਾ ਟਿਕ ਕੇ ਪੈ ਜਾਣਾ ਨੇ। ਸਾਡਾ ਜਦੋਂ ਮਨ ਸ਼ੁੱਧ ਹੋ ਗਿਆ ਨਾ, ਮੈਲ ਤੋਂ ਹੋਰ ਸਾਰੀਆਂ ਚੀਜ਼ਾਂ ਤੋਂ ਸਾਰਾ ਕੁਝ ਗੰਦ ਨਿਕਲ ਗਿਆ। ਆਹ ਗੁਰਬਾਣੀ ਰਾਹੀਂ ਨਿਕਲਣਾ, ਹੋਰ ਕਿਸੇ ਨੇ ਨਿਕਲਣਾ ਨਹੀਂ। ਸ਼ੁੱਧ ਚੀਜ਼ ਨਿਰਮਲ ਵਾਹਿਗੁਰੂ ਦਾ ਨਾਮ ਹੀ ਆ ਨਿਕਲਣਾ। ਜਿਉਂ ਗੰਦ ਨਿਕਲਦਾ ਜਾਊ ਤਿਉਂ ਸਾਨੂੰ ਚੈਨ ਆਈ ਜਾਣੀ ਆ। ਪਰੰਤੂ ਜਿੱਦਣ ਸਾਰਾ ਨਿਕਲ ਗਿਆ, ਉਦਣ ਠਾਹ ਦੇਣੇ ਸਾਡੇ ਸਰੀਰ ਤੋਂ ਬਾਹਰ ਹੋ ਜਾਣਾ। ਮਨ ਟਿਕ ਗਿਆ, ਮਨ ਟਿਕ ਗਿਆ, ਸਾਰਾ ਸੁਭਾਅ ਗੁਰੂ ਨਾਨਕ ਵਰਗਾ ਬਣ ਗਿਆ। ਆ ਖੇਲ ਹਮਾਰੇ ਪੁਰਖ ਸੇਵੇ ਸੇ ਪੁਰਖ ਹੋਵੇ, ਜਿਨੀ ਹਉਮੈ ਸ਼ਬਦ ਚਲਾਈ। ਬੜਾ ਪਿਆਰਾ ਸ਼ਬਦ ਹੈ ਜੇ ਸਮਝਣ ਵਾਲਾ। ਜਿਹਦੇ ਨੇ ਹੁਣ ਮਹਾਰਾਜ ਪੁਰਖ ਇੱਕੋ ਹੀ ਹੈ ਦੁਨੀਆ 'ਚ। ਸਾਰੀਆਂ ਨਾਰਾਂ ਨੇ, ਇਸਤਰੀਆਂ ਨੇ, ਜੀਵ ਆਤਮਾ ਜਿਹੜੀਆਂ ਛੋਟੀਆਂ, ਪੁਰਖ ਇੱਕ ਆ, ਹੋਰ ਕੋਈ ਪੁਰਖ ਨਹੀਂ ਹੈ ਸਾਰੀਆਂ ਦਾ। ਚਾਹੇ ਮਰਦ ਇੱਥੇ ਬਾਹਰਲੇ ਸਰੀਰਾਂ 'ਚ, ਚਾਹੇ ਇਸਤਰੀ ਹੈ, ਉਹਦਾ ਪੁਰਖ ਸਭ ਨੇ ਉਹਨੂੰ ਮਿਲਣਾ ਹੈ। ਸੱਚਾ ਵਿਆਹ ਉਹ ਹੈ, ਇਹ ਸੱਚੀ ਗੱਲ ਦਾ। ਉਹਨਾਂ 'ਚ ਸਾਰੇ ਝੂਠੇ ਵਿਆਹ ਨੇ, ਪਹਿਲੇ ਆਪਾਂ ਕਈ ਵਾਰ ਗਿਣ ਚੁੱਕੇ।
ਸਾਰੇ ਝੂਠੇ ਵਿਆਹ ਨੇ ਜੇ ਸਰੀਰਾਂ ਦੇ ਵਿਆਹ ਨੇ। ਆਤਮਾ ਦੇ ਜੇ ਆਤਮਾ ਨਾਲ ਵੀ ਵਿਆਹ ਹੋ ਜਾਂਦਾ ਤਾਂ ਵੀ ਇਕੱਠੇ ਨਹੀਂ ਹੋ ਸਕਦੇ। ਧੰਨ ਫਿਰ ਇਹ ਨਾ ਕਿ ਜੇ ਬਹਿਣ ਇਕੱਠੇ ਹੋਏ ਇੱਕ ਜੋਤ ਬਣਦੇ ਆ। ਧੰਨ ਦੋ ਪਤੀ ਤੇ ਆ ਦੋਏ ਮੂਰਤੀ। ਧੰਨ ਫਿਰ ਕਹੀਏ ਸੇ ਕੋਈ ਹੋ ਪਤੀ ਪਤਨੀ ਜਿਨ੍ਹਾਂ ਦਾ ਐਨ ਸੁਭਾਅ ਇੱਕੋ ਜਿਹਾ ਮਿਲਦਾ। ਹੌਲੀ ਹੌਲੀ ਬਦਲ ਜਾਂਦਾ ਇਹੋ ਜਿਹਾ, ਹੌਲੀ ਹੌਲੀ ਹੋ ਜਾਂਦਾ ਹੈ। ਹੁਣ ਤੱਤੀ ਤਵੀ ਦੀ ਗੱਲ ਮੈਂ ਇੱਕ ਮੈਨੂੰ ਯਾਦ ਆ ਗਈ। ਇੱਕ ਸਾਨੂੰ ਉੱਥੇ ਇੰਡੀਆ ਦੀ ਸੰਗਤ ਦੇ ਵਿੱਚ ਇੱਕ ਭਾਈ ਮਿਲਿਆ ਅਤੇ ਉਹ ਰਾਤ ਨੂੰ ਕਹਿੰਦਾ ਵੀ ਸੋਨੂੰ ਜੀ ਮੈਂ ਦੱਸਾਂ ਗੱਲ ਵੀ ਮੈਂ ਅਨੰਦਪੁਰ ਦੇ ਵਿੱਚ ਸੇਵਾਦਾਰ ਸੀ, ਲੰਗਰ 'ਚ ਮੈਂ ਸੇਵਾ ਕਰਦਾ ਹੁੰਦਾ। ਹੁਣ ਦੀ ਗੱਲ ਹੈ, ਸੇਵਾ ਕਰਦਾ ਹੁੰਦਾ ਸੀ ਅਤੇ ਸੇਵਾ ਕਰਦੇ ਅਤੇ ਰੋਟੀਆਂ ਪਕਾਉਣੀਆਂ ਲੋਹ 'ਤੇ ਸਬਜ਼ੀਆਂ ਬਣਾਉਣੀਆਂ। ਅਤੇ ਲੋਹ 'ਤੇ ਇੱਕ ਦਿਨ ਕਹਿੰਦੇ ਸਾਰੇ ਕਹਿੰਦੇ ਵੀ ਤਵੀ ਲਾਲ ਹੋਈ ਵੀ ਗੁਰੂ ਸਾਹਿਬ ਕਿਵੇਂ ਤਵੀ 'ਤੇ ਬਹਿ ਗਏ? ਆਹ ਤਾਂ ਲਾਲ ਬੜੀ ਆ, ਕੋਈ ਹੈ ਅੱਜ ਤੱਕ ਕੋਈ ਮਾਈ ਦਾ ਲਾਲ ਹੋਊ ਜਿਹੜਾ ਐਂ ਤਵੀ 'ਤੇ ਬਹਿ ਜੂ? ਕਹਿੰਦੇ ਉੱਥੇ ਉਹ ਕਹਿਤਾ। ਕਹਿੰਦਾ ਮੈਂ ਆਖਿਆ ਗੁਰੂ ਸਾਹਿਬ ਨੂੰ ਅਰਦਾਸ ਕਰਕੇ, ਕਹਿੰਦਾ ਮੈਂ ਆਖਿਆ ਵੀ ਸੱਚੇ ਪਾਤਸ਼ਾਹ ਲੈ ਵੀ ਸਿੰਘੋ, ਹਾਂ ਕਹਿੰਦੇ ਨਾ ਵੀ ਉਹਨੂੰ ਅਸੀਂ ਘੜੀ ਦੇਵਾਂਗੇ। ਸੁਣ ਲਾ ਇਨਾਮ ਜਿਹੜਾ ਕਹਿੰਦਾ ਇਹਦੇ 'ਤੇ ਕਹਿੰਦਾ ਤੁਰ ਕੇ ਹੀ ਦਿਖਾ ਦੇਵੇ। ਉਹ ਕਹਿੰਦਾ ਮੈਂ ਤੁਰੂ। ਸੁਣ ਲਿਆ, ਕਹਿੰਦਾ ਮੈਂ ਤੁਰੂ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਰੂ ਵੀ ਫਿਕਰ ਰੱਖ। ਕੋਈ ਹੈਰਾਨ ਹੋ ਵੀ ਕਿਵੇਂ ਤੁਰ ਗੂ ਤਵੀ 'ਤੇ? ਕਹਿੰਦਾ ਆਪਾਂ ਗੁਰੂ ਸਾਹਿਬ ਨੂੰ ਧਿਆਇਆ ਵੀ ਮਹਾਰਾਜ ਤੁਸੀਂ ਤੱਤੀ ਤਵੇ 'ਤੇ ਸੇਕ ਨਹੀਂ ਲੱਗਣ ਦਿੰਦਾ ਅਤੇ ਮੈਂ ਤੇਰਾ ਤਾਂ ਕੂਕਰ ਆ। ਕਹਿੰਦਾ ਆਪਾਂ ਸਾਰੀ ਹੌਲੀ ਹੌਲੀ ਪੈਰ ਧਰ ਕੇ ਉੱਧਰ ਚਲੇ ਗਏ। ਹੈਰਾਨ ਉਹ, ਕੋਈ ਛਾਲਾ ਨਹੀਂ ਪਿਆ, ਕੋਈ ਛਾਲਾ ਨਹੀਂ ਪਿਆ। ਕਹਿੰਦਾ ਮੇਰੇ ਸੁਣ ਲਿਆ, ਇਹ ਅੱਜ ਦੀ ਗੱਲ ਹੈ, ਅੱਜ ਦੇ ਸਮੇਂ ਦੀ ਗੱਲ ਹੈ। ਅਤੇ ਅਸੀਂ ਉਹ ਮਹਾਰਾਜ ਹੁਣ ਤੱਕ ਐਂ ਕਹੀ ਜਾਂਦੇ ਹਾਂ ਮਹਾਰਾਜ ਛਾਲੇ ਪੈ ਗਏ, ਬੜਾ ਦੁੱਖ ਦੇ ਹੋਇਆ ਜੀ, ਰੇਤਾ ਪਾਇਆ। ਪਰੰਤੂ ਮਹਾਰਾਜ ਨੇ ਉਹਨਾਂ ਨੂੰ ਜਿਨ੍ਹਾਂ ਨੇ ਕੰਮ ਕੀਤੇ ਸਾਰਿਆਂ ਨੂੰ, ਉਹ ਗਏ ਕਿੱਥੇ ਨੇ, ਜਾਣਾ ਕਿੱਥੇ ਸੀ ਉਹਨਾਂ ਨੇ, ਸਾਰਿਆਂ ਨੂੰ ਸਜ਼ਾ ਦਿੱਤੀ। ਉਹਨਾਂ 'ਤੇ ਜਿਉਂਦੇ ਹੀ ਦੇ ਦਿੱਤੀ ਚੰਦੂ ਵਰਗਿਆਂ ਨੂੰ ਤਾਂ। ਅਤੇ ਭੜੌਲੇ ਜਿਹੜੇ ਉਸੇ ਨੇ ਜਿਹੜੇ ਰੇਤਾ ਪਾਉਂਦਾ ਉਹਨੇ ਸਿਰ 'ਚ ਮਾਰ ਕੇ ਉਹਦਾ ਸਿਰ ਪੋੜਿਆ, ਉਹਦੀ ਦਵਾਤੀ। ਪਰੰਤੂ ਗਾਂ ਜਮਦੂਤਾਂ ਦੇ ਤੁਰੀ ਆਉਂਦੀ ਆ, ਹਜੇ ਤੱਕ ਉਹ ਮੁੱਕਣੀ ਹੀ ਨਹੀਂ। ਉਹ ਤੂੰ ਰੱਬ ਦਾ ਪੈਰੀ ਬਣਿਆ ਸੀ ਓਏ, ਜਮਦੂਤ ਕਿਤੇ ਛੱਡਣ ਲੱਗ ਗਏ ਨੇ ਹੈਂ। ਆਹ ਹਾਲ ਉੱਥੇ ਹੋਣਾ ਹੈ। ਹੁਣ ਉਹਨੂੰ ਕਰੋੜਾਂ ਵਰ੍ਹੇ ਜ਼ਿੰਦਗੀ ਦਾ ਪਤਾ ਨਹੀਂ, ਅਰਬਾਂ ਵਰ੍ਹੇ ਦੀ ਦਾ ਇਹ ਤਾਂ ਸਾਰਾ ਖੇਡ ਨਾ ਅਗਲੀ ਦੁਨੀਆ ਦਾ ਹੀ ਹੈ। ਅਗਲੀ ਦੁਨੀਆ ਅੰਦਰਲੀ ਹੈ। ਸਮਾਂ ਹੋ ਗਿਆ, ਆਪਾਂ ਕੱਲ੍ਹ ਨੂੰ ਫਿਰ ਵਿਚਾਰ ਸ਼ੁਰੂ ਕਰਾਂਗੇ। ਅਗਲੀ ਦੁਨੀਆ ਅਗਲੀ ਹੈ, ਬੜੀ ਭੈੜੀ ਹੈ। ਦੂਜੇ ਪਾਸਾ ਤਾਂ ਜੇ ਅਸੀਂ ਗੁਰੂ ਨਾਨਕ ਦੇ ਉਲਟ ਨਿੰਦਿਆ ਕਰਾਂਗੇ, ਗੁਰਸਿੱਖ ਦੀ ਨਿੰਦਿਆ ਕਰਾਂਗੇ, ਗੁਰਸਿੱਖ ਦੇ ਵੈਰੀ ਬਣਾਂਗੇ ਜਾਂ ਹੋਰ ਇਹ ਸਾਰੀਆਂ ਗੱਲਾਂ ਸਬਕ ਸਿੱਖਣ ਵਾਲੀਆਂ ਨੇ। ਅਸੀਂ ਤਾਂ ਸਾਰਿਆਂ 'ਚ ਵਾਹਿਗੁਰੂ ਦੇਖਣਾ ਹੈ। ਹੌਲੀ ਹੌਲੀ ਇਹੋ ਜਿਹੇ ਬਣਾਂਗੇ, ਗੁਰੂ ਨਾਨਕ ਵਰਗੇ ਬਣਾਂਗੇ, ਸੁਭਾਅ ਉਹੋ ਜਿਹਾ ਬਣੂਗਾ। ਜੇ ਅਸੀਂ ਉਲਟ ਰਹਿ ਗਿਆ ਤਾਂ ਜੀਵਦੂਤਾਂ ਨੇ ਤਾਂ ਛਿੱਲ ਲਾ ਨਾਲ। ਹੁਣ ਇੱਕ ਇੱਕ ਗੱਲ ਜਿਹੜੀ ਹੈ ਅੰਦਰ ਜਿਹੜੀ ਆ ਉਦੋਂ ਹੀ ਸਾਡੀ ਬੀਜੀ ਜਾਂਦੀ ਆ। ਇੱਕ ਬੜਾ ਹੋਰ ਬੜਾ ਗੱਲ ਬੜੀ ਆ, ਕੋਈ ਵੀ ਜਿਹੜਾ ਖਿਆਲ ਲਿਆਈ ਦਾ ਬੁਰਾ ਉਦੋਂ ਹੀ ਬੀਜਿਆ ਜਾਂਦਾ। ਉਹ ਹੁਣ ਕੱਢਣਾ ਬੜਾ ਔਖਾ, ਇੱਕ ਵਾਰ ਬੀਜਿਆ ਗਿਆ। ਇੱਥੇ ਦੁਨਿਆਵੀ ਕੋਈ ਚੀਜ਼ ਬੀਜਦੀ ਉਹੀ ਔਖੀ ਬੜੀ ਹੈ ਇੱਥੇ ਤਾਂ। ਅਤੇ ਮਹਾਰਾਜ ਕਹਿੰਦਾ ਬੀਜੇ ਬਿਖ ਮੰਗੇ ਅੰਮ੍ਰਿਤ ਹੋਏ। ਦੇਖੋ ਇਹ ਨਿਆਓ, ਹੁਣ ਖੇਲ ਉਹਦਾ ਆਹ ਬਣਾਇਆ, ਅੰਦਰਲੀ ਆਤਮਾ ਦੇ ਨੂੰ ਪਿਓਰ ਬਣਾਉਣਾ। ਅੰਦਰਲੀ ਆਤਮਾ ਜੋ ਬੀਜ ਗਈ ਉਹ ਨਾਲ ਲੈ ਕੇ ਜਾਣਾ ਹੈ। ਜੇ ਨਾਮ ਬੀਜਿਆ ਤਾਂ ਬਹੁਤ ਸੁਖੀ ਹੋਵਾਂਗੇ। ਨਾਮ ਬੀਜੀ ਜਾਣਾ, ਆਪਾਂ ਨਾਮ ਬੀਜੀ ਜਾਣਾ। ਗੁਰੂ ਸਾਹਿਬ ਬਜਾਈ ਜਾਣ ਸੱਚੇ ਪਾਤਸ਼ਾਹ, ਹਰ ਵਕਤ ਸੱਚੇ ਪਾਤਸ਼ਾਹ ਨਾਮ ਹੀ ਸਾਨੂੰ ਅੰਦਰ ਵਜਾਓ। ਆਹ ਵੱਡੀ ਗੱਲ ਹੈ ਸਭ ਤੋਂ। ਫਿਰ ਸਾਰੀਆਂ ਉਹ ਲੋੜ ਨਹੀਂ ਵੀ ਉਹ ਗੰਦ ਕੱਢਣ ਦੀ, ਜੀ ਅਸੀਂ ਕਾਮ ਕ੍ਰੋਧ ਕਿਵੇਂ ਕੱਢਾਂਗੇ ਫਲਾਨਾ, ਉਹ ਨਹੀਂ ਕਹਿਣ ਦੀ, ਉੱਧਰ ਨਹੀਂ ਝਾਕਣ ਦੀ ਲੋੜ। ਇਹ ਇਹੋ ਜਿਹਾ ਨਿਰਮਲ ਪਾਣੀ ਆ, ਇਹਨੇ ਗੰਦ ਆਪੇ ਹੀ ਧੋ ਦੇਣਾ।
ਉਹ ਗੰਧ ਰਹਿਣਾ ਹੀ ਨਹੀਂ। ਇਹ ਨਹੀਂ ਵੀ ਅਸੀਂ ਇਕੱਲੇ ਗੁਣ ਧਾਰਨ ਕਰਾਂਗੇ ਜੀ, ਔਗਣ ਕਿਵੇਂ ਇਹ ਔਗਣ ਕਿਵੇਂ ਕੱਲਾ ਕੱਲਾ ਕੱਢਾਂਗੇ। ਬਸ ਇੱਕ ਧਿਆਨ ਰੱਖਣਾ ਵੀ ਆਹ ਔਗਣ ਆ ਗਿਆ, ਉਦੋਂ ਗੁਰੂ ਸਾਹਿਬ ਦੀ ਮਿਹਨਤ ਕਰਨੀ ਹੈ ਅਤੇ ਨਾਮ ਨੇ ਉਹਨੂੰ ਰੋਕ ਦੇਣਾ। ਐ ਅੰਦਰ ਜੰਗ ਹੈ, ਗੁਰੂ ਸਾਹਿਬ ਕਿਰਪਾ ਕਰਨ ਇਹ ਜੰਗ ਜਿਤਾ ਦੇਣ ਅਤੇ ਆਪ ਦਾ ਆਸਰਾ ਹਰ ਵਕਤ ਰੱਖਣਾ। ਅਤੇ ਅਜੇ ਆਪਣਾ ਇਹ ਸ਼ਬਦ ਆਪਾਂ ਫੇਰ ਕਰਾਂਗੇ ਕਿਤੇ। ਸਾਰੀ ਸ਼ਬਦ ਹੀ ਇਹ ਹੈ ਵੀ ਗੁਰੂ ਨਾਨਕ ਹੀ ਸਾਨੂੰ ਦਰਸ਼ਨ ਕਰਾ ਸਕਦਾ, ਸ਼ਬਦ ਤਾਂ ਇਹੀ ਹੈ। ਅਤੇ ਆਪਾਂ ਸ਼ਬਦ ਦੀ ਵਿਚਾਰ ਫੇਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਮਿਹਰ ਕਰੋ ਸੱਚੇ ਪਾਤਸ਼ਾਹ। ਸਮਾਂ ਬੀਤਦਾ ਜਾਂਦਾ ਹੈ, ਤੁਸੀਂ ਸੰਗਤ ਬਖਸ਼ ਰਹੇ ਹੋ ਸਾਰਿਆਂ ਨੂੰ ਸੱਚੇ ਪਾਤਸ਼ਾਹ ਆਹ ਸੋਝੀ ਬਖਸ਼ੋ ਸਾਨੂੰ ਸਾਰਿਆਂ ਨੂੰ, ਅਤੇ ਸਾਰਿਆਂ ਨੂੰ ਨਾਮ ਸਾਰਾ ਦਿਨ ਜਪਾਓ। ਮਿਹਰ ਕਰੋ ਸੱਚੇ ਪਾਤਸ਼ਾਹ, ਆਪ ਦੇ ਵਰਗਾ ਸੁਭਾਅ ਬਣਾਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।